जान दे खसम का नाम। तिनका साध बलिहार जाओ। सो निर्मल निर्मल हर गुण गावे। सो भाई मेरे मन भावे। रहाओ जे घट राम रहया भरपूर। तिनकी पग पंकज हम पूर। जात दुलारा मत का धीर। सहज सहज गुण रमै कबीर। गौरी कबीर जी गगन रसाल। तू है मेरी पाठी संत महारस तन भया काठी। हुआ को कहिए सहज मतवारा। पीवत राम रस ज्ञान विचारा। रहाओ सहज कलानन जो मिल आई। आनंद माते अन दिन जाई। जीनत जीत निरंजन लाया। कहो कबीर तो अनुभव पाया। मन का स्वभाव मन है व्यापी। मन मार कवन सिद्ध थापी। कवन सो मन जो मन मारे। मन को मार कहो किस तारे। रहाओ मन अंतर बोले सब कोई। मन मारे बिन भगत न होई। कहो कबीर जो जाने पियो। मन मधुसूदन प्रभवन देओ। कहो कबीर जो जाने पियो। मन मधुसूदन पवन देओ। वाहिगुरु जी का खालसा वाहिगुरु जी की फतेह। सुपन सन्मानयोग जुग जुग अटल। चबर छतर अते तखत के मालक वाणी के बोहे। सर्ब साझी वालता दे लखायत शबद गुरु। दसां ही पातशाहियां की जोत धन धन श्री गुरु ग्रंथ साहिब जी महाराज की पवित्र हजूरी। पातशाही पहली पातशाही छेवीं महान पवित्र
ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਬਿਰਾਜਮਾਨ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਬਾਕਾਇਦਾ ਮੌਸਮ ਦਾ ਮੁਕਾਬਲਾ ਕਰਕੇ ਆਪ ਜੀ ਗੁਰੂ ਚਰਨਾਂ ਵਿੱਚ ਪਹੁੰਚ ਕੇ ਜਿੱਥੇ ਆਪ ਜੀ ਨੇ ਆਪਣੇ ਕਦਮ ਪਵਿੱਤਰ ਕੀਤੇ ਹਨ, ਉੱਥੇ ਗੁਰੂ ਚਰਨਾਂ ਵਿੱਚ ਨਮਸਕਾਰ ਕਰਕੇ ਆਪ ਜੀ ਨੇ ਸੀਸ ਵੀ ਪਾਵਨ ਕੀਤਾ ਹੈ। ਔਰ ਉਪਰੰਤ ਲੜੀਵਾਰ ਜਿਸ ਸ਼ਬਦ ਦੀ ਅੱਜ ਵਿਚਾਰ ਦੀ ਧਰਮ ਹੈ, ਉਹ ਪਾਵਨ ਸ਼ਬਦ ਵੀ ਆਪ ਜੀ ਨੇ ਸਰਵਣ ਕੀਤਾ ਹੈ। ਹਜ਼ੂਰ ਆਪ ਜੈਸੇ ਜਿਗਿਆਸੂਆਂ ਦੇ ਹੌਸਲੇ ਹੋਰ ਬੁਲੰਦ ਕਰਨ ਲਈ ਬਚਨ ਕਰਦੇ ਹਨ, ਪਾਵ ਸੁਹਾਵੇ ਜਾਂ ਤਉ ਤੇਰ ਜੁਲਦੇ। ਉਹ ਚਰਨ ਚੰਗੇ ਹਨ ਜਿਹੜੇ ਆਪਣਿਆਂ ਘਰਾਂ ਤੋਂ ਚੱਲ ਕੇ ਗੁਰੂ ਦੇ ਦੁਆਰੇ ਤੱਕ ਆਉਂਦੇ। ਸ਼ੀਸ਼ ਸੁਹਾਵਾ ਚਰਨੀ, ਭਾਈ ਉਹ ਸਿਰ ਪਵਿੱਤਰ ਹੋ ਜਾਂਦਾ ਹੈ ਜਿਹੜਾ ਗੁਰੂ ਦਰਬਾਰ ਵਿੱਚ ਆ ਕੇ ਝੁਕਦਾ ਹੈ। ਮੁਖ ਸੁਹਾਵਾ ਜਾ ਤਉ ਜਸ ਗਾਵੇ, ਉਹ ਮੁਖ ਪਵਿੱਤਰ ਹੈ ਜਿਹੜਾ ਤੁਹਾਡਾ ਜਸ ਗਾਉਂਦਾ ਹੈ। ਅਤੇ ਜੀਓ ਪਿਆ ਤਉ ਸ਼ਰਣੀ, ਉਹ ਜਿੱਤ ਵੀ ਪਵਿੱਤਰ ਹੋ ਜਾਂਦੀ ਹੈ, ਕਾਮਯਾਬ ਹੋ ਜਾਂਦੀ ਹੈ ਜਿਹੜੀ ਆਪਾ ਸਮਰਪਿਤ ਕਰਦਾ ਹੈ ਤੁਹਾਡੇ ਚਰਨਾਂ ਵਿੱਚ। ਸੋ ਪਿਆਰਿਓ, ਇਹ ਜਿਹੜਾ ਵਾਤਾਵਰਨ ਹੈ, ਇਸ ਵਾਤਾਵਰਨ ਵਿੱਚ ਵੀ ਜਿਹੜੇ ਗੁਰਸਿੱਖ ਕਿਰਤ ਕਰਕੇ ਗੁਰੂ ਦਰਬਾਰ 'ਚ ਪਹੁੰਚਦੇ ਨੇ, ਉਹਨਾਂ ਨੂੰ ਵੀ ਹਜ਼ੂਰ ਸ਼ਾਬਾਸ਼ ਦਿੰਦੇ। ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਏ। ਭਾਵੇਂ ਭਾਈ ਮੌਸਮ ਸਾਜ਼ਗਾਰ ਨਾ ਹੋਵੇ, ਫੇਰ ਵੀ ਗੁਰੂ ਕੇ ਦਰਬਾਰ ਤੱਕ ਆਉਣਾ, ਇਹ ਵੀ ਗੁਰੂ ਕੇ ਪਿਆਰ ਨੂੰ ਦਰਸਾਉਂਦੀ ਹੈ ਬਾਤ। ਸੋ ਆਪ ਸਾਰੇ ਨਿਰਸੰਦੇਹ ਵੱਡਿਆਂ ਭਾਗਾਂ ਵਾਲੇ ਹੋ ਭਾਈ, ਜਿਹੜੇ ਨਾ ਸਿਰਫ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਪਹੁੰਚੇ ਹੋ, ਬਲਕਿ ਮੌਸਮ ਦਾ ਬਾਕਾਇਦਾ ਮੁਕਾਬਲਾ ਕਰਦੇ ਹੋਇਆ। ਕਿਉਂਕਿ ਇਹਦੇ ਨਾਲ ਕੁਝ ਲੋਕਾਂ ਦਾ ਕੰਮ ਸੌਖਾ ਹੋ ਜਾਂਦਾ ਹੈ, ਪਰ ਕੁਝ ਲੋਕਾਂ ਦਾ ਕੰਮ ਔਖਾ ਵੀ ਹੋ ਜਾਂਦਾ। ਇਸ ਤੋਂ ਪਹਿਲਾਂ ਕਿ ਮੈਂ ਆਪ ਜੀ ਦੀ ਸੁਰਤ ਅੱਜ ਦੇ ਵਿਚਾਰ ਦੀ ਸ਼ਬਦ ਵੱਲ ਲਵਾਵਾਂ, ਇੱਕ ਬਾਰਿਸ਼ ਦੇ ਸੰਬੰਧ ਵਿੱਚ ਦੋ ਸ਼ਲੋਕ ਇਕੱਠੇ ਜਿਹੜੇ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ। ਉਂਝ ਤੇ ਬਾਰਿਸ਼ ਚੰਗੀ ਹੋਈ ਹੈ। ਹਜ਼ੂਰ ਕਹਿੰਦੇ ਨਾ, ਮੀਂਹ ਪਿਆ ਪਰਮੇਸ਼ਰ ਪਾਇਆ। ਔਰ ਫਿਰ ਨਾਲ ਬਚਨ ਕਰਦੇ ਨੇ, ਜੀ ਜੰਤ ਸਭ ਸੁਖੀ ਵਸਾਇਆ। ਇਹਦੇ ਨਾਲ ਤਮਾਮ ਜਿਹੜੇ ਜੀਵ ਜੰਤੂ ਨੇ ਉਹ ਸੁਖੀ ਹੋ ਜਾਂਦੇ ਨੇ। ਬਨਸਪਤੀ ਦਾ ਇਸ਼ਨਾਨ ਹੋ ਜਾਂਦਾ ਹੈ, ਸਾਰੇ ਬ੍ਰਹਿਮੰਡ ਦਾ ਇਸ਼ਨਾਨ ਹੋ ਜਾਂਦਾ ਹੈ। ਇੱਥੋਂ ਤੱਕ ਬਈ ਇਮਾਰਤਾਂ ਜਿਨ੍ਹਾਂ ਨੂੰ ਧੋਣ ਦਾ ਕਦੀ ਅਸੀਂ ਮਨ ਵਿੱਚ ਵਿਚਾਰ ਵੀ ਨਹੀਂ ਲਿਆਂਦਾ ਕਿ ਕੋਈ ਇਮਾਰਤਾਂ ਨੂੰ ਵੀ ਧੋਂਦਾ ਹੈ, ਜਾਂਦੀਆਂ ਫਸਲਾਂ ਧੁੱਪ ਜਾਂਦੀਆਂ, ਦਰਖਤ ਧੁੱਪ ਜਾਂਦੇ, ਜਿੱਧਰ ਵੀ ਨਿਗਾਹ ਮਾਰੋ ਸਭ ਸਵੱਛ ਹੋ ਜਾਂਦਾ, ਨਿਰਮਲ ਹੋ ਜਾਂਦਾ, ਸਭ ਜੀਵ ਸੁਖੀ ਹੋ ਜਾਂਦੇ ਨੇ। ਇਹਨੂੰ ਹਜ਼ੂਰ ਕਹਿੰਦੇ ਨੇ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਇੱਕ ਥਾਂ ਤੇ ਹਜ਼ੂਰ ਸੁਖਨ ਫਰਮਾਉਂਦੇ ਨੇ ਵੀ ਇਹਦੇ ਨਾਲ ਚਾਰ ਕਿਸਮ ਦੇ ਲੋਕ, ਉਹਨਾਂ ਨੂੰ ਚਾਅ ਚੜ੍ਹਦਾ, ਬਾਰਿਸ਼ ਪਵੇ ਤੇ ਉਹਨਾਂ ਨੂੰ ਚੰਗਾ ਲੱਗਦਾ। ਔਰ ਚਾਰ ਜ਼ਿਕਰ ਉਹਨਾਂ ਨੇ ਕੀਤੇ ਨੇ ਜਿਨ੍ਹਾਂ ਨੂੰ ਥੋੜੀ ਖੇਚਲ ਹੁੰਦੀ, ਤਕਲੀਫ ਵੱਧਦੀ। ਮਹਾਰਾਜ ਕਿਰਪਾ ਕਰੋ ਕਿ ਇਹਨਾਂ ਨੂੰ ਚੰਗਾ ਲੱਗਦਾ ਹੈ। ਤਾਂ ਫਿਰ ਹਜ਼ੂਰ ਨੇ ਫਰਮਾਨ ਕੀਤਾ, ਹਜ਼ੂਰ ਕਹਿਣ ਲੱਗੇ, ਨਾਨਕ ਸਾਵਨ ਜੇ ਵਸੈ ਚਉ ਉਮਾਹਾ ਹੋਏ। ਜਦੋਂ ਮੀਂਹ ਪੈਂਦਾ ਹੈ, ਬਾਰਿਸ਼ ਹੁੰਦੀ ਹੈ,
ਤੇ ਚੌਂ ਵਿੱਚ ਉਮਾ ਪੈਦਾ ਹੁੰਦਾ ਹੈ, ਉਹਨਾਂ ਦੇ ਅੰਦਰ ਖੇੜਾ ਪੈਦਾ ਹੁੰਦਾ ਹੈ, ਉਹਨਾਂ ਨੂੰ ਚੰਗਾ ਲੱਗਦਾ ਹੈ, ਉਹਨਾਂ ਨੂੰ ਚਾਅ ਚੜ੍ਹਦਾ ਹੈ। ਮਹਾਰਾਜ ਕਿਹਨਾਂ ਕਿਹਨਾਂ ਨੂੰ ਚਾਅ ਚੜ੍ਹਦਾ ਬਾਰਿਸ਼ ਪੈਣ ਨਾਲ, ਮੀਂਹ ਪੈਣ ਨਾਲ? ਤਾਂ ਹਜ਼ੂਰ ਨੇ ਸੁਖਨ ਫਰਮਾਏ, ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ ਘਰ ਤਾਂ। ਨਾਗ ਸੱਪ, ਮਿਰਗ ਮਾਇਨੇ ਹਿਰਨ, ਮੱਛੀਆਂ ਭਾਵ ਸਪਸ਼ਟ, ਤੇ ਰਸੀਆਂ ਘਰ ਧਨ ਹੋਇਓ। ਰਾਇਲ ਲੋਕ, ਰਿਚ ਲੋਕ, ਜਿਨ੍ਹਾਂ ਦੇ ਘਰ ਰਿਜ਼ਕ ਮੰਨਦਾ ਹੈ, ਘਰ ਕੰਫਰਟੇਬਲ ਬਣੇ ਹੋਏ ਨੇ, ਕਾਰੋਬਾਰ ਚੱਲਦਾ ਹੈ ਔਰ ਰਿਜ਼ਕ ਹੈ, ਖੀਸੇ ਵਿੱਚ 4 ਪੈਸੇ, ਉਹਨਾਂ ਨੂੰ ਵੀ ਚਾਅ ਚੜ੍ਹਦਾ। ਕਿਉਂ ਚਾਅ ਚੜ੍ਹਦਾ, ਮੈਂ ਵੀ ਐਕਸਪਲੇਨ ਕਰਾਂ। ਹੁਣ ਜਿਹੜੇ ਨਾਗ ਨੇ, ਸੱਪ ਨੇ, ਆਪਣੇ ਹੀ ਜ਼ਹਿਰ ਕਰਕੇ ਦੁਖੀ ਹੁੰਦੇ ਰਹਿੰਦੇ। ਜਦੋਂ ਜ਼ਹਿਰ ਬਹੁਤ ਜ਼ਿਆਦਾ ਸਟੋਰ ਹੋ ਜਾਏ ਪੋਟ ਵਿੱਚ, ਤੇ ਫਿਰ ਜ਼ਮੀਨ ਤੇ ਡੰਗ ਮਾਰ ਮਾਰ ਕੇ ਖਲਾਸ ਕਰਦੇ ਨੇ, ਰੁੱਖਾਂ ਨੂੰ ਡੰਗ ਮਾਰ ਮਾਰ ਕੇ ਖਲਾਸ ਕਰਦੇ, ਤਾਂ ਕਿ ਸਾਨੂੰ ਰਿਲੀਫ ਮਿਲੇ। ਪਰ ਹੁਣ ਜਦੋਂ ਮੀਂਹ ਪੈਂਦਾ ਹੈ, ਉਹ ਨਾ ਵੀ ਖਲਾਸ ਕਰਨ ਤੇ ਉਹਨਾਂ ਨੂੰ ਥੋੜੀ ਜਿਹੀ ਰਾਹਤ ਮਿਲੇ। ਹਵਾ ਵਿੱਚ ਨਮੀ ਆ ਜਾਂਦੀ ਹੈ, ਮੌਇਸਚਰ ਕਹਿੰਦੇ ਹੋ ਜਿਹਨੂੰ, ਉਹਦੇ ਨਾਲ ਐਕਸਪਰਟ ਕਹਿੰਦੇ ਨੇ ਵੀ ਉਹਨਾਂ ਨੂੰ ਰਿਲੀਫ ਮਿਲਦੀ ਹੈ, ਜਿਹੜੀ ਸੜਨ ਹੁੰਦੀ ਹੈ ਪਿੰਡੇ ਤੇ ਉਹ ਘਟ ਜਾਂਦੀ ਕਾਫੀ ਹੱਦ ਤੱਕ, ਲਿਹਾਜ਼ਾ ਉਹ ਲਾਈਕ ਕਰਦੇ ਨੇ। ਮਿਰਗ ਕਹਿੰਦੇ ਨੇ ਹਿਰਨਾਂ ਨੂੰ। ਅੱਤ ਦੀ ਗਰਮੀ ਵਿੱਚ ਜੰਗਲ ਵਿੱਚ ਘਾਹ ਫੂਸ ਸੁੱਕ ਗਿਆ, ਛਪੜੀਆਂ ਚੋਂ ਪਾਣੀ ਵੀ ਸੁੱਕ ਗਿਆ। ਤੁਸੀਂ ਵੇਖਿਆ ਡਿਸਕਵਰੀ ਤੇ ਵੀ ਜੇਠ ਹਾੜ ਦੇ ਦਿਨਾਂ 'ਚ ਪਾਣੀ ਸੁੱਕ ਜਾਏ, ਥੋੜਾ ਜਿਹਾ ਪਾਣੀ ਰਹਿ ਜਾਏ ਤੇ ਉਹਦੇ ਵਿੱਚ ਹੀ ਮਗਰਮੱਛ ਬੈਠਾ, ਉੱਤੋਂ ਦੀ ਸਕਿਨ ਇਸ ਤਰ੍ਹਾਂ ਦੀ ਪਤਾ ਹੀ ਨਹੀਂ ਲੱਗਦਾ ਮਿੱਟੀ ਹੈ ਕਿ ਮਗਰਮੱਛ ਹੈ। ਔਰ ਹੁਣ ਥੋੜੇ ਜਿਹੇ ਪਾਣੀ ਨੂੰ ਨੇੜੇ ਹੋ ਕੇ ਵਿਚਾਰਾ ਹਿਰਨ ਪੀਣ ਜਾਂਦਾ ਹੈ ਤੇ ਮਗਰਮੱਛ ਦਾ ਸ਼ਿਕਾਰ ਬਣ ਜਾਂਦਾ। ਹੁਣ ਪਾਣੀ ਥਾਂ ਥਾਂ ਤੇ ਹੈ, ਜਿੱਥੇ ਮਰਜੀ ਜਾਏ ਉਧਰ ਘਾਹ ਫੂਸ ਉੱਗਿਆ, ਹਰਾ ਹਰਾ ਘਾਹ ਉਹਨੂੰ ਚਰਦਾ ਹੈ। ਔਰ ਥਾਂ ਥਾਂ ਤੇ ਪਾਣੀ ਸਟੋਰ ਹੋ ਗਿਆ, ਨੀਵੀਆਂ ਥਾਵਾਂ ਤੇ ਜਿੱਥੋਂ ਮਰਜੀ ਪਾਣੀ ਪੀਂਦਾ, ਜਿੱਥੋਂ ਮਰਜੀ ਚਾਰਾ ਚਰਦਾ ਹੈ ਔਰ ਕੇਲ ਕਰਦਾ, ਜੰਗਲ ਦੇ ਵਿੱਚ ਆਨੰਦ ਲੈਂਦਾ। ਮਿਰਗਾਂ ਨੂੰ ਵੀ ਚਾਅ ਚੜ੍ਹਦਾ ਜੀ। ਮੱਛੀਆਂ ਪਾਣੀ 'ਚ ਹੀ ਖੁਸ਼ ਹੁੰਦੀਆਂ। ਕਬੀਰ ਥੋੜ੍ਹੇ ਜਲ ਮਾਛਲੀ, ਚੀਵਰ ਮੇਲਿਓ ਜਾਲ, ਇਹ ਟੋਕਣੇ ਨਾ ਛੁੱਟ ਸੈ ਫਿਰ ਕਰ ਸਮੁੰਦ ਸਵਾਰ। ਪਾਣੀ ਥੋੜਾ ਹੋਵੇ ਤੇ ਝੂਰ ਨੂੰ ਮੱਛੀਆਂ ਫੜਨੀਆਂ ਬੜੀਆਂ ਆਸਾਨ ਹੋ ਜਾਂਦੀਆਂ ਨੇ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਛੋਟੇ ਟੋਏ ਦੀ ਟੇਕ ਨਾ ਲਏ। ਸਮੁੰਦਰ ਵਿੱਚ ਪਾਣੀ ਨਾ ਕਦੀ ਮੁੱਕੇ ਨਾ ਕਦੀ ਸੁੱਕੇ, ਉੱਥੇ ਮੱਛੀ ਦੇ ਬਚਾਅ ਦੇ ਜ਼ਿਆਦੇ ਚਾਂਸ ਨੇ। ਤੂੰ ਵੀ ਪ੍ਰਮਾਤਮਾ ਰੂਪੀ ਸਮੁੰਦਰ ਨਾਲ ਜੁੜ, ਨਿੱਕੀਆਂ ਨਿੱਕੀਆਂ ਛਪੜੀਆਂ ਟੋਇਆਂ ਨਾਲ ਨਾ ਜੁੜ, ਇਹਨਾਂ ਵਿੱਚ ਤੇ ਪਤਾ ਨਹੀਂ ਕਦੋਂ ਤੈਨੂੰ ਲੋਕ ਕਾਬੂ ਕਰ ਲੈਣਗੇ। ਇਹ ਟੋਹ ਕਣ ਹੈ, ਇਹ ਨਿੱਕੇ ਨਿੱਕੇ ਟੋਏ, ਨਿੱਕੇ ਨਿੱਕੇ ਡੁੰਮ, ਪਾਣੀ ਦੀਆਂ ਹੌਦੀਆਂ, ਨਾ ਛੁੱਟ ਸੈ, ਇੱਥੇ ਨਹੀਂ ਛੁੱਟੇਗਾ। ਫਿਰ ਕਰ ਸਮੁੰਦ ਸਮਾਲ, ਸਮੁੰਦਰ ਰੂਪੀ ਪਿਆਰੇ ਨੂੰ ਸਮਾਲ। ਮੱਛੀਆਂ ਵੀ ਖੁਸ਼ ਹੁੰਦੀਆਂ, ਜਿਉਂ ਅਧਿਕੋ ਤਿਉਂ ਸੁੱਖ ਕਣਾ। ਧੰਨ ਗੁਰੂ ਨਾਨਕ ਸਾਹਿਬ, ਜਿਵੇਂ ਜਿਵੇਂ ਪਾਣੀ ਦੀ ਮਿਕਦਾਰ ਵੱਧਦੀ ਹੈ ਤਿਵੇਂ ਤਿਵੇਂ ਮੱਛੀਆਂ ਨੂੰ ਸੁੱਖ ਪ੍ਰਾਪਤ ਹੁੰਦਾ। ਨਾਗਾਂ, ਮਿਰਗਾਂ, ਮੱਛੀਆਂ, ਚੌਥੀ ਗੱਲ ਹੈ ਰਸੀਆਂ ਘਰ ਧਨ। ਇਹਨਾਂ ਨੂੰ ਕਿਉਂ ਚਾਅ ਚੜ੍ਹਦਾ? ਖਾਣ ਪੀਣ ਦੇ ਮਾਮਲੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਪੰਜਾਬੀਆਂ ਦੀ ਇੱਕ ਚਰਚਾ, ਇਹ ਖਾਣ ਪੀਣ ਦੇ ਸ਼ੌਕੀਨ ਨੇ। ਔਰ ਆਮ ਤੌਰ ਤੇ ਵੇਖਣ ਚ ਆਇਆ ਵੀ ਜਦੋਂ ਮੌਸਮ ਇਸ ਤਰ੍ਹਾਂ ਦਾ ਬਣ ਜਾਏ, ਫਿਰ ਜੇ ਰਿਜ਼ਕ ਘਰ ਹੈ, ਕੋਈ ਬਣਾ ਕੇ ਕੋਈ ਤੁਹਾਨੂੰ ਦੇਣ ਵਾਲਾ, ਪ੍ਰੋਵਾਈਡ ਕਰਨ ਵਾਲਾ ਹੈ, ਤੇ ਫਿਰ ਬੰਦਾ ਇਸ ਤਰ੍ਹਾਂ ਦੇ ਮੌਸਮ ਅਕਸਰ ਇੱਧਰ ਉੱਧਰ ਤੇ ਨਹੀਂ ਜਾਂਦਾ। ਬਾਹਰ ਬਾਰਿਸ਼ ਹੋ ਰਹੀ ਹੈ, ਚਲੋ ਘਰ ਆ ਤੇ ਸਿਫਾਰਿਸ਼ਾਂ ਕਰ ਕਰਕੇ ਕੁਝ ਖਾਓ, ਅੱਜ ਪਕੌੜੇ ਕੱਢ ਲਓ, ਅੱਜ ਪੂੜੇ ਕੱਢ ਲਓ, ਫਲਾਣੀ ਸ਼ੈ ਬਣਾ ਲਓ। ਸੈਂਸ ਇਹਦੇ ਤੋਂ ਇਹ ਹੈ ਵੀ ਜਿਨ੍ਹਾਂ ਰੱਸੀਆਂ ਦੇ ਘਰ ਧਨ ਨੇ ਉਹਨਾਂ ਨੂੰ ਬਾਰਿਸ਼ ਨਾਲ ਕੀ ਸਮੱਸਿਆ? ਜਿਹੜਾ ਹੈਂਡ ਟੂ ਮਾਊਥ ਹੈ, ਤਾਜ਼ਾ ਕਮਾਣਾ, ਤਾਜ਼ਾ ਖਾਣਾ, ਕਿ ਦਿਹਾੜੀ ਨਹੀਂ ਲੱਗਣੀ, ਤੇ ਦੁਖੀ ਹੈ ਵੀ ਕਿਉਂ ਪੈ ਰਹੀ ਹੈ। ਪਰ ਰਸੀਆ ਬੰਦਾ ਤੇ ਉਲਟਾ ਪ੍ਰਸੰਨ ਹੁੰਦਾ। ਹੁਣ ਇਹ 4 ਪ੍ਰਸੰਨ ਹੁੰਦੇ, 4 ਦੁਖੀ ਵੀ ਹੁੰਦੇ। ਉਹ ਕੌਣ ਹੁੰਦੇ ਨੇ? ਨਾਨਕ ਸਾਵਣ ਜੇ ਵਸੈ, ਚੌਂ ਵਿਛੋੜਾ ਹੋਏ, ਗਾਈ ਪੁੱਤਾ ਨਿਰਧਨਾ, ਪੰਥੀ ਚਾਕਰ ਹੋਏ। ਮੈਂ ਥੋੜਾ ਜਿਹਾ ਆਗਿਆ ਲੈ ਕੇ ਖੋਲ ਦਿਆਂ, ਫਿਰ ਸਾਡਾ ਅੱਜ ਜਿਹੜਾ ਸ਼ਬਦ ਹੈ ਨਾ, ਜੋ ਜਨ ਲੈ ਖਸਮ ਕਾ ਨਾਉ,
तिन कै सद बलिहारे जाओ, सो निर्मल निर्मल हर गुण गावे, सो भाई मेरा मन भावे, जे कट राम रहा भरपूर, तिन के पग पंकज हम तूर, जात जुलाहा मत का तीर, और सहज सहज गुण रमे कबीर। ये संखेप जिहा छोटे जिहे आकार का शब्द है जिहड़ा विचारना मैं इन्हां चाहुंदा भी आप जी नाल जिक्र कर। नानक सावन जे वसै चौं विछोड़ा हो। चार दुखी हुंदे ने जीव, किहड़े किहड़े? सब तो पहला गाई पुत्तां। गावां दे पुत्तर कौन ने जी? जां ते गां बच्चा दिंदी है जां बच्ची दिंदी है। बच्ची धी है ते बच्चा पुत्तर है। बच्चा वड्डा होकर बलद बनता है, ढग्गा बनता है। वो क्यों दुखी होंदा है जी? मींह पैण नाल ट्रैक्टर नहीं सर होंदे, मशीनरी नहीं सी हुंदी। तुसीं बहुती दूर ना जाओ, मेरी अपनी सवाल बलदां नाल खेती हुंदी मैं वेखी, सिर्फ वेखी नहीं, जदों थोड़ा जिहा टीनेजर सां ते कदी कदी इस तरह की भी परिस्थिति हुंदी सी भी जदों दास के पिता बापू गुरचरण सिंह, तुहानूं पता एमरजेंसी लगी, 30 महीने बापू सेंट्रल जेल पटियाले रहा क्योंकि पंथ ने मोर्चा ला दिता और ਉਹਦੇ ਵਿੱਚ कुल जिन्ने लोग सन ਉਹਦਾ 50% सिर्फ सिखां ने गिरफ्तारियां दी। पूरे इंडिया चों जिन्नियां गिरफ्तारियां सन, ये मैं अपनी वडियाई करने लिए नहीं दस रहा, ये मैं एक अनुभव दा। तो लगभग 60,000 सिखां ने भी ਉਹਦੇ ਵਿੱਚ गिरफ्तारियां। 30 महीने पिता जी सेंट्रल जेल पटियाले रहे। खेती का काम सी जिन्नी कोई हैगी सी, हुण रोज कौन करता है? उन्हें कहना भी बेटा पिता तेरा तो क्या एमरजेंसी तोड़, मजाक करना, वो तो हुण एमरजेंसी तोड़ के ही आवेगा। ते रोज तेरा कौन करे? थोड़ी जी हल्दी बन गई, तू भी फड़िया। एक अद्धी बार बंद नूं फाला भी वज्जा, सट भी वजी, पर हौली हौली थोड़ा बहुता पकड़ी भी, बकायदा हल वाया। हुण जदों मींह पैंदा ना उदों बलदां दी शामत आ जाती। क्यों आ जाती? ध्यान दिया जी, हुण मींह पिया है, जमीन बत्तर है, ਉਹਨੂੰ ਉਹਦਾ ਮੌਇਸਚਰ ਸੁੱਕੇ ਨਾ, ਉਦੋਂ ਪਹਿਲਾਂ ਵਾਹ ਬਣਾ ਕੇ ਬੀਜਣੀ ਹੈ ਤਾਂ ਉੱਗੇਗੀ, ਨਹੀਂ ਤਾਂ ਉਗਣੀ ਨਹੀਂ। ਹੁਣ ਉਹਨਾਂ ਦੀ ਕਪੈਸਿਟੀ ਤੋਂ ਉਹਨਾਂ ਵਿਚਾਰਿਆਂ ਤੋਂ ਕੰਮ ਜ਼ਿਆਦਾ ਲੈਣਾ, ਉਹਨਾਂ ਦੀ ਸ਼ਾਮਤ ਜਿਵੇਂ ਮੀਂਹ ਪੈਣਾ ਉਹਨਾਂ ਦੇ ਸਾਹ ਸੁੱਕ ਜਾਣਾ ਵੀ ਹੁਣ ਮੀਂਹ ਪੈ ਗਿਆ ਹੈ, ਹਲਕੇ ਜ਼ਮੀਨਾਂ ਬੱਤਰ ਆ ਜਾਣੀਆਂ, ਹੁਣ ਸਾਡੀ ਤੇ ਸ਼ਾਮਤ ਆਈ। ਗਾਵਾਂ ਦੇ ਪੁੱਤਰ ਢੱਗੇ ਬਲਦ, ਇਹਨਾਂ ਨੂੰ ਮੀਂਹ ਪੈਣ ਤੋਂ ਬਾਅਦ ਖੇਚਲ ਵੱਧ ਜਾਂਦੀ। ਗਾਈ ਪੁੱਤਾਂ ਨਿਰਧਨਾ, ਨਿਰਧਨ ਲੋਕ, दरिद्र लोग, गरीब लोग। गरीब माड़ा नहीं होता, पर हुण महाराज ने जिक्र किया तो मैनूं खोलना पै रहा है क्योंकि गरीबी ना साध संगत सानूं बहुत कुछ सिखा के जाती है। सब तो पहली गल ये सिखाती है, दसदी है भी तेरा अपना कौन है ते पराया कौन है। अमीरी च नहीं जे पता लगता, जब लग पैसा गांठ में तब लग तांको यार, यार संग ही संग डोले, पैसा रहा न पास यार मुख से नहीं बोले। जदों पैसा है उदों पहचान नहीं हुंदी अपने पराए, उदों तो सारे ही अपने ने। तुहाडे कोल कोई पदवी है, तुहाडे कोल कोई मान है, तुहाडे कोल 4 ठीकरियां ने, जिन नहीं बुलाना वो भी तुहानूं बुला के लंघेगा। असल विच अपने पराए की पहचान हुंदी जे मुसीबत में, गरीबी में। और गरीब बंदा मींह पैण ते खुश हो नहीं। मान लिया शायद किसी ने रक्षा चलाना, साइकलिंग रक्षे की मैं गल कर, वो कितों खुश होगा? ਉਹਦੀ तो दिहाड़ी मारी नहीं। जिन्हें लेबर करनी वो कितों खुश होगा? साइकिल से या पैदल जाना, उत्थे काम करना, पहली गल तो मालक नहीं फोन कर देना कंस्ट्रक्शन का काम है बई अज काम नहीं होना ना आया। हालांकि साडे इत्थे कुछ नवे सिरों रूल बनाने की जरूरत है। मैं जदों पहली दूजी बारी कनेडा गया तो जिहड़े जिन्ने इंडिया तो गए सन ना उम्र दराज, जिहड़े कोई बहुते पढ़े लिखे नहीं सन, मैं कहना जी गुरुद्वारे खाली हो गए, की बनया? कहना ज्ञानी जी तुहानूं भी पता बेरी की रुत आ गई, असीं वीकां बनाने। मैनूं की पता वीकां किहनूं कहंदे? वो कहंदे जी 6 वीकां 7 वीकां काम करना है और पर वीक जिहड़ी साडी औसत बनेगी आमदन दी 52 वीकां ने साल 52, 6 वीकां काम कीता है। हुण बाकी किन्नियां बचियां? 46 वीक। वो 46 एवरेज के हिसाब नाल तुहाडे घर चलदा। इन्हां नूं कहंदे ने राष्ट्र, इन्हां नूं कहंदे ने ह्यूमन राइट्स।
ਬਈ ਅਸੀਂ ਤੇ ਕੰਮ ਇਹ ਆ, ਖੇਤਾਂ 'ਚ ਕੰਮ ਕਰਨ ਵਾਲੇ 6 ਵੀਕ ਕੰਮ ਮਿਲਦਾ, 8 ਵੀਕ ਕੰਮ ਬਾਕੀ ਸਮਾਂ ਅਸੀਂ ਕੀ ਕਰੀਏ? ਗਵਰਨਮੈਂਟ ਕਹਿੰਦੀ ਕਰੋ ਕਿ ਮੌਜਾਂ ਕਰੋ, ਅਸੀਂ ਧਿਆਨ ਤੁਹਾਨੂੰ 12 ਮਹੀਨੇ ਖੇਤਾਂ 'ਚ ਕੰਮ ਨਹੀਂ ਮਿਲਦਾ, ਕੋਈ ਗੱਲ ਨਹੀਂ, ਕਦੀ ਕਦੀ ਫਿਰ ਉਹ ਹੋਰ ਕੰਮ ਮਿਲ ਜਾਂਦਾ। ਸਿਆਂ ਦੇ ਬਾਗ ਨੇ, ਉਹ ਕੈਂਚੀਆਂ ਦੀਆਂ ਲੈ ਕੇ ਉਹਨਾਂ ਦੇ ਅੱਗੋਂ ਨਗਰਾਂ ਵੱਢਦੇ ਨੇ, ਨਹੀਂ ਤੇ ਬਹੁਤ ਜ਼ਿਆਦਾ ਫਲ ਲੱਗ ਜਾਂਦਾ ਔਰ ਉਹ ਟੁੱਟ ਕੇ ਥੱਲੇ ਡਿੱਗ ਪੈਂਦੇ। ਲਿਹਾਜ਼ਾ ਜਿਹੜੇ ਬਾਗਬਾਨ ਨੇ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਤੁਸੀਂ ਆ ਕੈਂਚੀਆਂ ਲੈ ਲਓ, ਦੱਸ ਦਿੰਦੇ ਨੇ ਆ ਅੱਖਾਂ ਤੋਂ ਬਚਾ ਕੇ ਇੰਨਾ ਇੰਨਾ ਕੱਟ ਦੇਣਾ, ਇਹਦੀ ਇਸ ਤਰ੍ਹਾਂ ਛਤਰੀ ਬਣਾ, ਆ ਨਾਖਾਂ ਨੇ, ਆ ਅੰਗੂਰ ਨੇ, ਆ ਸੇਬ ਨੇ, ਆ ਸਟ੍ਰਾਬੇਰੀ ਹੈ, ਬਲੂਬੇਰੀ ਹੈ, ਸਾਰਾ BC ਵਾਲੀ ਬੈਲਟ 'ਚ ਆਪਣੇ ਲੋਕਾਂ ਨੇ ਜਿਹੜੇ ਫਾਰਮ ਨੇ ਉਹ ਫਲਾਂ ਦੀ ਵੀ ਕਾਸ਼ਤ ਕਰਦੇ ਨੇ, ਹੋਰ ਫਸਲਾਂ ਨਹੀਂ। ਪਰ ਸਾਡੇ ਇੱਥੇ ਤੇ ਫੋਨ ਆ ਜਾਣਾ ਵੀ ਭਾਈ ਅੱਜ ਕੰਮ ਤੇ ਨਾ, ਮੇਰੀ ਦਿਹਾੜੀ ਦਾ ਕੀ ਬਣੇਗਾ? ਭਾਈ ਦਿਹਾੜੀ ਤੇ ਕੰਮ ਕਰੇਗਾ ਤੇ ਮਿਲੇਗੀ ਨਾ, ਦਿਹਾੜੀ ਕਿੱਥੋਂ ਦਈਏ? ਗਰੀਬ ਦੁਖੀ ਹੋ ਜਾ। ਹਜ਼ੂਰ ਨੇ ਬਾਣੀ ਜ਼ਿਕਰ ਕੀਤਾ, ਗਾਈ ਪੁੱਤਾ ਨਿਰਧਨਾ ਪੰਥੀ, ਜਿਨ੍ਹਾਂ ਨੇ ਪੈਦਲ ਸਫ਼ਰ ਕਰਨਾ ਹੁੰਦੇ, ਹੁਣ ਤੇ ਸਾਧਨ ਆ ਗਏ, ਘੋੜਿਆਂ ਤੇ ਲੋਕਾਂ ਜਾਣਾ, ਊਠਾਂ ਤੇ ਜਾਣਾ, ਖੱਚਰਾਂ ਤੇ ਜਾਣਾ, ਮਾਫ ਕਰਨਾ ਖੋਤਿਆਂ ਤੱਕ ਜਾਣਾ, ਪੈਦਲ ਜਾਣਾ। ਹੁਣ ਮੀਂਹ ਪੈ ਗਿਆ ਤੇ ਯਾਤਰਾ ਰੋਕਣੀ ਪਏਗੀ, ਉਹ ਵੀ ਦੁਖੀ ਹੋ ਜਾਂਦੇ ਸਨ। ਗਾਈ ਪੁੱਤਾ ਨਿਰਧਨਾ ਪੰਥੀ ਚਾਕਰ ਹੋਏ, ਤੇ ਫਿਰ ਚਾਕਰ ਲੋਕ ਜਿਹੜੇ ਸਰਵੈਂਟ ਸਨ, ਇੰਪਲਾਈਜ਼ ਲੋਕ, ਉਹਨਾਂ ਨੂੰ ਵੀ ਤਕਲੀਫ ਹੁੰਦੀ। ਪਰ ਕੁੱਲ ਮਿਲਾ ਕੇ ਇਹ ਮੀਂਹ ਜਿਹੜਾ ਇਹ ਚੰਗਾ, ਸਾਡੇ ਦੇਸ਼ ਦੀ ਇਕੋਨੋਮੀ ਬਾਰਿਸ਼ ਦੇ ਉੱਤੇ, ਮੌਨਸੂਨ ਦੇ ਉੱਤੇ ਡਿਪੈਂਡ ਕਰਦੀ ਹੈ। ਜਿਸ ਸਾਲ ਮੌਨਸੂਨ ਚੰਗੀ ਹੋਵੇ, ਕਿਉਂਕਿ ਖੇਤੀ ਪ੍ਰਧਾਨ ਸਮਾਜ ਹੈ, ਉਸ ਸਾਲ ਕਹਿੰਦੇ ਵੀ ਐਤਕੀ ਇਕੋਨੋਮੀ ਠੀਕ ਰਹੇ, ਔਰ ਜਦੋਂ ਮੌਨਸੂਨ ਦਾ ਪਰਸੈਂਟੇਜ ਘਟ ਜਾਏ ਉਦੋਂ ਫਿਰ ਕਹਿੰਦੇ ਵੀ ਐਤਕੀ ਬਾਜ਼ਾਰ ਵੀ ਥੋੜਾ 10%, 5%, 15% ਨਰਮ ਹੈ। ਹੁਣ ਅੱਜ ਭਗਤ ਕਬੀਰ ਸਾਹਿਬ ਕਿਰਪਾ ਕਰ ਰਹੇ ਨੇ ਤੇ ਫਰਮਾਨ ਕਰ ਰਹੇ ਨੇ, ਜੋ ਜਨ ਲੈ ਖਸਮ ਕਾ ਨਾਉ। ਇੱਥੇ ਖਸਮ ਦੇ ਸਾਧ ਸੰਗਤ ਅਰਥ ਨੇ ਅਕਾਲ ਪੁਰਖ ਪੈ ਗਏ। ਆਪਣੇ ਕੋਲ ਅੱਜ ਬਾਰਿਸ਼ ਹੋਣ ਕਰਕੇ ਥੋੜਾ ਜਿਵੇਂ ਸੰਗਤਾਂ ਸਵਾਈਆਂ ਆਈਆਂ ਨੇ, ਮੈਂ ਵੀ ਥੋੜਾ ਮੰਗਲਾਚਰਨ ਲੰਬਾ ਕਰ ਲਿਆ ਸੀ, ਕਿਉਂਕਿ ਇੱਕ ਅਵਸਥਾ ਤੇ ਇਸ ਤਰ੍ਹਾਂ ਸੀ ਵੀ ਗੁਰਮੁਖ ਪਿਆਰੇ ਪਿੱਛੇ ਬੈਠੇ ਨੇ ਸਭ ਤੋਂ, ਉਹ ਇਕੱਲੇ ਹੀ ਰਹਿ ਗਏ ਸੀ। ਗ੍ਰੰਥੀ ਵੀ ਚਲਾ ਗਿਆ, ਰਾਗੀ ਵੀ ਚਲੇ ਗਏ, ਸਿਰਫ ਦਾਸ ਸੀ ਤੇ ਉਹ ਬੈਠੇ ਸਨ। ਮੈਂ ਸੋਚਿਆ ਵੀ ਮੈਂ ਥੋੜਾ ਜਿਹਾ ਮੰਗਲਾਚਰਨ ਲੰਬਾ ਕਰਨਾ, 2-4-10 ਸਰੀਰ ਆ ਜਾਣ ਤਾਂ ਹੀ ਆਵੇ। तो हजूर बख्शिश कर रहे ने, खसम मायने अकाल पुरख है। कबीर साहब महाराज कहते हैं जेड़े उस खसम अकाल पुरख वाहिगुरू का नाम जपते ने, सिमरते ने, लेंदे ने, मेरा दिल करता है किन कह सद बलिहारेगा। उन्हां को मैं सदके, एक तो मैं बलिहार दे अखरी अर्थ कर तीन शब्द ने पर्यायवाची, एक ते कुर्बान जाना, दूजा है सदके जाना, तीजा है बलिहार जाना, इको सेंस में। पर उज बलिहार शब्द जिथों आया है उहदे मैं अर्थ ये करांगा भी जदों किसी दी कोई तारीफ करे, तारीफ होवे बहुत ज्यादा, ओदियां वडियाइयां होण बहुत ज्यादियां, साडी समर्था होवे थोड़ी, ते वडियाई करदियां 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 सानू ये लगन लग पवे बई इहदी मुकम्मल वडियाई मैं नहीं कर सकता, क्योंकि मेरे कोल वडियाई करने वास्ते जिहड़ा बल है वो थोड़ा है ते वडियाई ज्यादा। यानी तू सुल्तान कहाँ हो मियां, ते फिर बंदा कहे भी तेरी वडियाई के सामने मेरा बल हार गया। इहनूं कहंदे ने बलिहार। बलिहार जाना, तारीफ करी जानी, पर अंदरों महसूस करना भी मैं कुछ भी नहीं कर पा गया, तू बड़ा बेअंत है। सदके जाना, कुर्बान जाना, कीना तो जेड़े नाम जपते। एक शब्द इस संबंध च बाणी च हुंदा है, ਉਹਦੇ ਚ ਬਲਿਹਾਰ ਸ਼ਬਦ ਮਹਾਰਾਜ ਨੇ ਬਾਰ-ਬਾਰ ਵਰਤੇ। ਸ਼ਬਦ ਸ਼ੁਰੂ ਹੁੰਦਾ ਹੈ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਭੇਜਿਆ ਜਾਏ। ਫਿਰ ਹਜ਼ੂਰ ਫਰਮਾਨ ਕਰਦੇ ਨੇ, ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ। ਫਿਰ ਦੁਹਰਾ ਕੇ ਕਹਿੰਦੇ ਨੇ, ਲੈਣ ਜੋ ਤੇਰਾ ਨਾਉ ਤਿਨਾ ਕਹਿਓ ਸਦ ਕੁਰਬਾਨੇ ਜਾਓ।
ਜਿਹੜੇ ਤੇਰਾ ਨਾਮ ਜਪਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਵਾਂ, ਜਿਹੜੇ ਤੇਰਾ ਨਾਮ ਜਪਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਵਾਂ, ਬਾਰ-ਬਾਰ ਕੁਰਬਾਨ ਜਾਵਾਂ। ਕਿਉਂ ਕੁਰਬਾਨ ਜਾਵਾਂ? ਕਿਉਂਕਿ ਭਾਈ ਇਹ ਜਪਣ ਵਾਲੇ ਉਸੇ ਦਾ ਹੀ ਰੂਪ ਹੋ ਜਾਂਦਾ, ਉਹਨਾਂ ਦੀ ਦਰਗਾਹ ਵਿੱਚ ਬੜੀ ਵਡਿਆਈ ਹੈ, ਉਹਨਾਂ ਦਾ ਬੜਾ ਮਾਣ ਹੈ। ਉਹਨਾਂ ਦੀ ਇਕੱਲੀ ਦਰਗਾਹ ਵਿੱਚ ਨਹੀਂ, ਉਹਨਾਂ ਦਾ ਇੱਥੇ ਵੀ ਮਾਣ। ਪੰਜ ਪ੍ਰਵਾਨ, ਪੰਜ ਪ੍ਰਧਾਨ। ਪੰਜ ਕੌਣ ਹੈ? ਪਹਿਲਾਂ 4 ਸੁਣਿਆਂ ਦੀਆਂ ਪੌੜੀਆਂ ਨੇ, ਫਿਰ 4 ਮੰਨਿਆਂ ਦੀਆਂ ਪੌੜੀਆਂ ਨੇ, ਤੇ ਫਿਰ ਪੰਜ ਸ਼ੂਰ। ਜਿਨ੍ਹਾਂ ਨੇ ਸੁਰਤ ਕਰਕੇ ਸੁਣ ਲਿਆ ਤੇ ਮਨ ਕਰਕੇ ਮੰਨ ਲਿਆ, ਉਹ ਪੰਜ ਬਣ ਗਏ। ਹੁਣ ਪੰਜ ਹੀ ਪ੍ਰਵਾਨ ਹੁੰਦੇ ਨੇ ਔਰ ਪੰਜ ਹੀ ਪ੍ਰਧਾਨ ਹੁੰਦੇ, ਔਰ ਪਲੱਸ ਪੰਜੇ ਪਾਵੇਂ ਦਰਗਹਿ ਮਾਨ, ਪੰਜੇ ਸੋਹੈ ਦਰ ਰਾਜਾ। ਰਾਜਿਆਂ ਮਹਾਰਾਜਿਆਂ ਦੇ ਦਰਾਂ ਤੇ ਵੀ ਭਾਈ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ, ਉਹਨਾਂ ਦਾ ਆਦਰ ਕੀਤਾ ਜਾਂਦਾ। ਇਸ ਵਾਸਤੇ ਮੈਂ ਉਹਨਾਂ ਤੋਂ ਸਦਕੇ ਜਾਣਾ। ਇਹ ਕਬੀਰ ਸਾਹਿਬ ਦਾ ਸ਼ਬਦ ਹੈ, ਵਿਚਾਰਹੀਨ ਸ਼ਬਦ ਜਿਹੜਾ ਹੈ, ਜੋ ਜਨ ਲੇ ਖਸਮ ਕਾ ਨਾਉ ਤਿਨ ਕੈ ਸਦ ਬਲਿਹਾਰੇ ਜਾਉ। ਪਾਵਨ ਅੱਖਰੀ ਵਿੱਚ ਇੱਕ ਹੋਰ ਥਾਂ ਤੇ ਕਬੀਰ ਸਾਹਿਬ ਕਹਿੰਦੇ ਨੇ, ਬਾਬਾ ਬਾਰ-ਬਾਰ ਵਿਸ਼ਨ ਸੰਭਾਰ। ਇਹ ਥੋੜੀ ਜਿਹੀ ਗੱਲ ਸਮਝਣ ਵਾਲੀ ਇਹ ਵੀ ਹੈ ਬਈ ਵਿਚਾਰ ਆਪਣੇ ਆਪਣੇ ਨੇ, ਮੈਂ ਕਿਸੇ ਨਾਲ ਮੇਰਾ ਕੋਈ ਵਿਚਾਰਕ ਮਤਭੇਦ ਨਹੀਂ, ਪਰ ਉਹ ਇਹ ਗੱਲ ਕਹਿੰਦੇ ਸੱਜਣ ਵੀ ਇਸ ਤਰ੍ਹਾਂ ਵਾਹਿਗੁਰੂ 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 ਨਹੀਂ ਕਰਨਾ, ਇਹ ਸਿਮਰਨ ਨਹੀਂ। ਪੁੱਛੀਏ ਕਿਉਂ? ਉਹ ਕਹਿੰਦੇ ਨੇ ਮਕੈਨੀਕਲ ਰੈਪੀਟੇਸ਼ਨ, ਔਰ ਰੈਪੀਟੇਸ਼ਨ ਨੂੰ ਉਹ ਦੋਸ਼ ਸਮਝਦੇ। ਹੁਣ ਜੇ ਰੈਪੀਟੇਸ਼ਨ ਦੋਸ਼ ਹੈ ਤੇ ਇੱਕ ਰੈਪੀਟੇਸ਼ਨ ਅਸੀਂ ਹੋਰ ਵੀ ਕਰਦੇ ਹਾਂ ਜਨਮ ਤੋਂ ਮੌਤ ਤੱਕ, ਉਹ ਕੀ ਸਾਹ ਲੈਣ ਦਾ ਰੈਪੀਟੇਸ਼ਨ, ਤੇ ਉਹ ਵੀ ਨਹੀਂ ਕਰਨਾ ਚਾਹੀਦਾ। ਤੋ ਇਹ ਮਕੈਨੀਕਲ ਰੈਪੀਟੇਸ਼ਨ ਨਹੀਂ ਹੈ। ਇਹ ਜਦੋਂ ਅਸੀਂ ਵਾਰ-ਵਾਰ ਰਸਨਾ ਤੋਂ ਬਾਅਦ ਨੂੰ ਕਹਿੰਦੇ ਆ, ਰਸਨਾ ਪਵਿੱਤਰ ਹੁੰਦੀ। ਜਦੋਂ ਕਹਿੰਦੇ ਆ ਕਿਤੇ ਸੁਰਤ ਥੋੜੀ ਜਿਹੀ ਟਿਕ ਜਾਂਦੀ ਹੈ, ਸੁਰਤ ਵਿੱਚ ਚਲਾ ਜਾਂਦਾ, ਹੁਣ ਵੀ ਬਾਤ ਬਣ ਜਾਂਦੀ ਹੈ। ਤੋ ਬਾਣੀ ਨੇ ਹੁਣ ਕਹਿ ਦਿੱਤਾ ਵਾਰ-ਵਾਰ ਵਿਸ਼ਨ ਸੰਭਾਰ। ਹੁਣ ਜੇ ਵਾਰ-ਵਾਰ ਤੇ ਇਹ ਹੈ ਵੀ ਵਾਹਿਗੁਰੂ 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 ਅਣਗਿਣਤ ਵਾਰੀ ਆਖੀ ਜਾਈ, ਜਦੋਂ ਗਿਣ ਕੇ ਸਾਨੂੰ ਦਾਤਾ ਨਹੀਂ ਦਿੰਦਾ, ਅਸੀਂ ਗਿਣ ਕੇ ਕਿਉਂ ਉਹਨੂੰ ਜਪੀਏ? ਚਲੋ ਮੈਂ ਇਹ ਨਹੀਂ ਕਹਿੰਦਾ, ਕਿਉਂਕਿ ਮੇਰਾ ਜਿਹੜਾ ਨੇਚਰ ਹੈ, ਜਿੰਨੇ ਕੁ ਸਰੀਰ ਬੈਠੇ ਹੋ ਮੇਰੀ ਸੁਨਿਮਰ ਬੇਨਤੀ, ਮੈਂ ਕੱਟੜ ਨਹੀਂ। ਮੈਨੂੰ ਪਤਾ ਵੀ ਉਹਦੇ ਚ ਖੁਸ਼ਕੀ ਹੁੰਦੀ ਹੈ, ਅੰਦਰੋਂ ਜਿਹੜਾ ਲੁਤਫ ਹੈ ਗਵਾਚ ਜਾਂਦਾ। ਜਦੋਂ ਤੁਸੀਂ ਕੱਟੜ ਹੁੰਦੇ ਹੋ, ਕਠੋਰ ਹੁੰਦੇ ਹੋ ਨਾ, ਤੁਸੀਂ ਆਪ ਵੀ ਡਿਸਟਰਬ ਹੁੰਦੇ। ਮਾਲਾ ਫੜਨੀ ਹੈ ਜਾਂ ਨਹੀਂ ਫੜਨੀ, ਮੈਂ ਇਹ ਨਹੀਂ ਨਿਰਣਾ ਦੇ ਰਿਹਾ, ਪਰ ਉਂਝ ਮੈਂ ਇਹ ਕਹਿਣਾ ਹੁੰਦਾ, ਮੇਰਾ ਆਪਣਾ ਤਜਰਬਾ ਵੀ ਹੈ ਵੀ ਕਿਤੇ ਦਿਲ ਕਰੇ ਨਾ ਬੈਠ ਕੇ 10 ਮਿੰਟ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੀਏ, ਬਹਿ ਵੀ ਜਾਈਏ 2 ਮਿੰਟ 1 ਮਿੰਟ ਬਾਅਦ ਸੁਰਤ ਕਿਤੇ ਇਹ ਭੁੱਲ ਜਾਂਦਾ ਵੀ ਕਿਹੜਾ ਕੰਮ ਕਰਦੇ। ਜੇ ਹੱਥ 'ਚ ਫੜੀਏ ਤੇ ਥੋੜਾ ਜਿਹਾ ਸਾਥ ਇਹ ਸੌਖੇ ਕਰ ਦੋ। ਗਰੀਬ ਦਾ ਬੱਚਾ ਵੀ ਤੁਰਨਾ ਸਿੱਖਦਾ, ਉਹ ਖੜਾ ਹੋ ਕੇ ਮੰਜੀ ਦੇ ਪਾਵੇ ਨੂੰ ਹੱਥ ਪਾ ਲਏਗਾ, ਕੰਧ ਨਾਲ ਹੱਥ ਪਾਉਂਦਾ ਡਿੱਗ ਪਿਆ, ਅਮੀਰ ਉਹਨੂੰ ਵਾਕਰ ਲਿਆ। ਹੁਣ ਵਾਕਰ ਲਿਆਉਣ ਵਿੱਚ ਹੱਦ ਕੀ ਹੈ? ਲੱਤਾਂ ਕਮਜ਼ੋਰ ਨਹੀਂ ਹੁੰਦੀਆਂ, ਲੱਤਾਂ ਕੱਚੀਆਂ ਹੁੰਦੀਆਂ ਨੇ, ਹੱਡੀਆਂ ਜੇ ਮਜ਼ਬੂਤ ਨਹੀਂ ਹੁੰਦੀਆਂ। ਕਦੀ ਕਦੀ ਬੱਚੇ ਦੀਆਂ ਲੱਤਾਂ ਥੋੜੀਆਂ ਜਿਹੀਆਂ ਏਡੀਆਂ ਹੋ ਜਾਂਦੀਆਂ, ਵਾਕਰ ਲਿਆਉਣ 'ਚ ਕੋਈ ਹੱਦ ਨਹੀਂ, ਵਾਕਰ ਉਹਨੂੰ ਸਹਾਰਾ ਦਿੰਦਾ। ਪਰ ਕੋਈ ਬੰਦਾ 20-30 ਸਾਲਾਂ ਦਾ ਹੋ ਜਾਏ ਤੇ ਫੈਕਟਰੀ 'ਚ ਜਾ ਕੇ ਕਹੇ ਵੀ ਮੇਰੇ ਸਾਈ ਦਾ ਵਾਕਰ ਮੈਨੂੰ ਬਣਾ ਦੇ, ਉਹ ਵੀ ਗਲਤ ਹੈ। ਵਾਕਰ ਦਾ ਇੱਕ ਪੀਰੀਅਡ ਹੁੰਦਾ ਹੈ, ਉਸ ਪੀਰੀਅਡ 'ਚੋਂ ਵਾਕਰ ਲੈ ਲਵੇ ਬੱਚਾ ਹੈ, ਉਹਨੂੰ ਵਾਕਰ ਲਿਆ ਤੇ ਬਜ਼ਾਰ 'ਚ ਕੋਈ ਹੱਦ ਨਹੀਂ। ਪਰ ਇੱਕ ਸਟੇਜ ਤੇ ਆ ਕੇ ਉਹ ਵਾਕਰ ਉਹਨੂੰ ਚੇਤਾ ਭੁੱਲ ਜਾਣਾ ਚਾਹੀਦਾ ਵਾਕਰ ਕੀ। ਉਹ ਪ੍ਰਾਇਮਰੀ ਵਿੱਚ ਥੋੜਾ ਸਿੱਖਣ ਲੱਗਿਆ ਫੜ ਲੈਣਾ ਕੋਈ ਹੱਦ ਨਹੀਂ, ਥੋੜਾ ਸਹਾਰਾ ਮਿਲਦਾ ਹੈ। ਇਹ ਮੈਂ ਮਹਿਸੂਸ ਕੀਤਾ, ਸਹਾਰਾ ਮਿਲਦਾ ਹੈ। ਇਹਦਾ ਉਮਰ ਨਾਲ ਨਹੀਂ ਤਕਾਜ਼ਾ। ਜੇ ਅਸੀਂ 50 ਸਾਲ ਦੀ ਉਮਰ ਸ਼ੁਰੂ ਕੀਤਾ ਹੈ ਤੇ ਉਹ ਵਾਕਰ ਦੀ ਜ਼ਰੂਰਤ, ਕਿਉਂਕਿ ਉੱਥੇ ਸਾਡੀ ਉਮਰ 0 ਹੈ, ਉੱਥੇ ਉਹ ਸਾਨੂੰ ਵਾਕਰ ਲੈਣਾ ਪੈਂਦਾ। ਪਰ ਉਂਝ ਗਿਣਤੀ ਮਿੰਤੀ ਨਹੀਂ, ਕਿਉਂਕਿ ਜਦੋਂ ਦਾਤਾ ਗਿਣ ਕੇ ਨਹੀਂ ਦਿੰਦਾ। ਇਸ ਲਈ ਵਾਰ-ਵਾਰ ਵਿਸ਼ਨ ਸੰਭਾਰ, ਵਿਸ਼ਨ ਸੰਭਾਰ ਨਾ ਆਵੇ ਹਾਰ। ਵਿਸ਼ਨ ਮੈਨੇ ਅਕਾਲ ਪੁਰਖ ਵਾਹਿਗੁਰੂ, ਉਹਨੂੰ ਸੰਭਾਲ, ਉਹਦਾ ਨਾਮ ਜਪ। ਤੂੰ ਕਦੀ ਨਹੀਂ ਜ਼ਿੰਦਗੀ ਦੇ ਕਿਸੇ ਵੀ ਜਹਾਦ ਵਿੱਚ ਹਾਰੇਗਾ ਨਹੀਂ। ਜੇ ਤੈਨੂੰ ਕੋਈ ਸੱਚੀ ਮੁੱਚੀ ਹਰਾ ਵੀ ਦੇਗਾ ਨਾ, ਤੇ ਤੂੰ ਘਰ ਜੇਤੂਆਂ ਵਾਂਗੂ ਆ, ਤੇਰਾ ਅੰਦਰੋਂ ਮਰਾਲ ਡਾਊਨ ਨਹੀਂ ਹੋਈ, ਅੰਦਰੋਂ ਚੜ੍ਹਦੀ ਕਲਾ ਹੋਵੇਗੀ। ਤੂੰ ਕਹੇਗਾ ਕਹੋ ਕਬੀਰ ਜੀਤ ਕੈ ਹਾਰ,
बहु बिरथ है उपकार पुकार। मैं जित के हार गया और हार के जित गया। ववा बार बार विशन समार, विशन समार ना आवे हार। फिर पता की कहते, बल बल। इत्थे कहते ने जो जन ले खसम का नाओ तिन कै सद बलिहारे जाओ। उत्थे कहते ने बल बल जे विशन तना जस ना। विशन वागरू तना ਉਹਦੇ ਪੁੱਤਰ ਗੁਰਮੁਖ ਪਿਆਰੇ ਸੰਤ, ਜਿਹੜੇ ਸੰਤ ਜਨ ਉਹਦਾ ਨਾਮ ਜਪਦੇ ਨੇ, ਬਲ ਬਲ ਜੇ ਵਿਸ਼ਨ ਤਨਾ ਜਸ ਗਾਵੇ, ਮੈਂ ਉਹਨਾਂ ਤੋਂ ਸਦਕੇ ਜਾਣਾ। ਬਲ ਬਲ ਜੇ ਵਿਸ਼ਨ ਤਨਾ ਜਸ ਗਾਵੇ, ਵਿਸ਼ਨ ਮਿਲੇ ਸਭ ਹੀ ਸੁਖ ਪਾਵੇ। ਸੁਖ ਨਾਹੀ ਬਹੁਤਾ ਧਨ ਘਾਟੇ, ਸੁਖ ਨਾਹੀ ਪੇਖੈ ਨ੍ਰਿਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ हर हर गुण का। जो जन ले खसम का नाओ तिन कै सद बलिहारे जाओ। अगलियां पंक्तियां रहाओ वालियां पंक्तियां। सो निर्मल, इत्थे विश्राम देना, दो बार निर्मल आया है। जे कहांगे सो निर्मल निर्मल फिर सही नहीं होगा। सो निर्मल कौमा निर्मल हर गुण गावे। ਜਿਹੜਾ ਹਰੀ ਦੇ ਨਿਰਮਲ ਗੁਣ ਗਾਉਂਦਾ ਹੈ ਉਹ ਵੀ ਨਿਰਮਲ ਹੋ ਜਾਂਦਾ। ਨਿਰਮਲ ਮੈਨੇ ਮਲ ਤੋਂ ਰਹਿ, ਨਿਰਮਲ, ਉਹਦੇ ਅੰਦਰ ਕੋਈ ਮਲ ਨਹੀਂ ਰਹਿੰਦੀ। ਇਹ ਬਾਹਰਲੀ ਮਲ ਦੀ ਗੱਲ ਨਹੀਂ। ਬਾਹਰਲੀ ਜਿਹੜੀ ਮਹਿਲ ਹੈ ਉਹ ਤੇ ਲੱਗਦੀ ਹੈ, ਇਸੇ ਤਰ੍ਹਾਂ ਸਾਡੇ ਅੰਦਰ ਵੀ ਮਹਿਲ ਲੱਗਦੀ। ਦੋ ਪ੍ਰਮਾਣ ਇਸ ਸੰਬੰਧ ਵਿੱਚ ਮੈਂ ਬਾਣੀ ਚੋਂ ਤੁਹਾਡੇ ਨਾਲ ਸਾਂਝੇ ਕਰਾਂ। ਅਸੀਂ ਬਸਤਰ ਪਾਉਂਦੇ ਆ, ਸਾਡਾ ਪ੍ਰਯੋਜਨ ਹੁੰਦਾ ਵੀ ਗਰਮੀ ਸਰਦੀ ਦਾ ਮੁਕਾਬਲਾ ਕਰਨ ਔਰ ਸਾਡਾ ਤਨ ਢੱਕਿਆ, ਸ਼ਾਨ ਵਧੇ। ਸ਼ਾਨ ਵਧਾਉਣ ਵਾਸਤੇ ਵੀ ਕੱਪੜੇ ਪਾਏ ਜਾਂਦੇ। ਔਰ ਜਿੱਥੇ ਕਿਤੇ ਮਿੱਟੀ ਘੱਟਾ ਹੋਵੇ, ਚਿੱਕੜ ਹੋਵੇ, ਅਸੀਂ ਬਚ ਕੇ ਨਿਕਲਦੇ ਆ ਵੀ ਸਾਡੇ ਕੱਪੜੇ ਖਰਾਬ ਨਾ ਹੋ। ਪਰ ਬਾਵਜੂਦ ਇਹਦੇ ਕੱਪੜੇ ਫਿਰ ਵੀ ਮੈਲੇ ਹੋ ਜਾਂਦੇ, ਇੱਕ ਦਿਨ ਬਾਅਦ, 2 ਦਿਨ ਬਾਅਦ ਹੋ ਜਾਂਦੇ। ਕਿਵੇਂ ਹੋ ਜਾਂਦੇ? ਕੁਝ ਤੇ ਬਾਹਰੋਂ ਡਸਟ ਵਗੈਰਾ ਮਿੱਟੀ ਘੱਟਾ ਹੁੰਦਾ ਨਾ ਸਾਹ, ਕੁਝ ਅੰਦਰੋਂ ਸਾਡੀ ਬਾਡੀ, ਸਾਡੇ ਸਰੀਰ ਦੀ ਸਮੈਲ, ਥੋੜਾ ਬਹੁਤਾ ਪਸੀਨਾ ਜਾਂ ਸਕਿਨ ਨਾਲ ਰਗੜ ਕੇ ਵੀ ਕੱਪੜੇ ਥੋੜੇ ਗੰਦੇ ਹੁੰਦੇ ਨੇ। ਹੁਣ ਫਿਰ ਅਸੀਂ ਕੀ ਕਰਨੇ ਆ? ਜਦੋਂ ਇਸ ਤਰ੍ਹਾਂ ਹੋ ਜਾਏ ਕੱਪੜਿਆਂ ਨੂੰ ਉਤਾਰ ਦਿੰਦੇ ਆ। ਅੱਜ ਕੱਲ੍ਹ ਵਾਸ਼ਿੰਗ ਮਸ਼ੀਨਾਂ ਆਈਆਂ ਨੇ, ਉਹਦੇ ਵਿੱਚ ਪਾ ਕੇ ਟਾਈਮ ਫਿਕਸ ਕਰਕੇ ਪਾਣੀ ਪਾ ਕੇ ਸਰਫ ਪਾ ਕੇ ਉਹਨੂੰ ਆਨ ਕਰ ਦਿੱਤਾ। ਉਹ 40 ਮਿੰਟ ਤੇ 50 ਮਿੰਟ ਤੇ 30 ਮਿੰਟ ਤੇ ਜਿੰਨੇ ਮਿੰਟ ਤੇ ਤੁਸੀਂ ਲਗਾਣੇ ਨੇ ਉਹਨੇ ਉਹਨਾਂ ਨੂੰ ਵਾਸ਼ ਕਰ ਦੇਣਾ। ਪਰ ਹੁਣ ਕੱਪੜੇ 10 ਦਿਨ 15 ਦਿਨ ਕੋਈ ਲਾਏ ਨਾ, ਫਿਰ ਵਾਸ਼ਿੰਗ ਮਸ਼ੀਨ ਵੀ ਕੁਛ ਨਹੀਂ ਕਰਦੀ। ਧੋਦਾ ਨਹੀਂ, ਕੱਫ ਨਹੀਂ ਸਾਫ਼, ਕਾਲਰ ਨਹੀਂ ਸਾਫ਼, ਫਿਰ ਉਹਨੂੰ ਰੋਕ ਕੇ ਰਗੜਨਾ ਪਏਗਾ, ਹੱਥਾਂ ਨਾਲ ਰਗੜਨਾ ਪਏਗਾ। ਜਿਸ ਤਰ੍ਹਾਂ ਕੱਪੜੇ ਅਸੀਂ ਮੈਲੇ ਨਹੀਂ ਕਰਨੇ ਚਾਹੁੰਦੇ, ਕੱਪੜੇ ਮੈਲੇ ਹੋ ਜਾਂਦੇ ਨੇ, ਇਸ ਤਰ੍ਹਾਂ ਮੱਤ ਦੇ ਉੱਤੇ ਵੀ ਅਸੀਂ ਮੈਲ ਲਾਣੀ ਨਹੀਂ ਚਾਹੁੰਦੇ, ਪਰ ਲੱਗ ਜਾਂਦੀ। ਕਿਵੇਂ ਲੱਗ ਜਾਂਦੀ ਹੈ? ਕੁਝ ਬਾਹਰੋਂ ਨਾ ਵੇਖਣ ਵਾਲਾ ਵੇਖ ਲਿਆ, ਨਾ ਸੁਣਨ ਵਾਲਾ ਸੁਣ ਲਿਆ, ਨਾ ਖਾਣ ਵਾਲਾ ਖਾ ਲਿਆ, ਨਾ ਪੀਣ ਵਾਲਾ ਪੀ ਲਿਆ। ਕੁਝ ਅੰਦਰੋਂ ਫੁਰਨੇ ਇਸ ਤਰ੍ਹਾਂ ਦੇ ਆ ਗਏ, ਮੱਤ ਦੇ ਉੱਤੇ ਮੈਲ ਲੱਗ। ਹੁਣ ਕੀ ਕਰੋ? ਦਿਹਾੜੀ 'ਚ ਇੱਕ ਵਾਰਾਂ 40 ਕੁ ਮਿੰਟ ਸੰਗਤ ਰੂਪੀ ਵਾਸ਼ਿੰਗ ਮਸ਼ੀਨ 'ਚ ਨੂੰ ਟਿਕਾ ਲਓ। ਨਿਰਮਲ ਜੋ ਕਰਨਾ ਹੋਏ ਸੰਗਤ ਨਿਰਮਲ ਕਰ ਦੇਗੀ। ਪਰ ਹੁਣ ਜੇ ਕੋਈ ਆਖੇ ਮੈਂ ਜਾਣਾ ਹੀ ਸੰਗਰਾਂਦ ਵਾਲੇ ਦਿਨ, ਫਿਰ ਵਾਸ਼ਿੰਗ ਮਸ਼ੀਨ ਵੀ ਕੀ ਕਰੇਗੀ ਪਿਆਰੇ। ਸੋ ਵਡਭਾਗੀ ਹਰ ਸੰਗਤ ਭਾਵੇਂ, ਭਾਗਹੀਨ ਭ੍ਰਮ ਚੋਟਾਂ। ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਸੱਟਾਂ ਵੱਜਦੀਆਂ, ਉਹਨਾਂ ਨੂੰ ਠੁੱਡਾ ਵੱਜਦਾ, ਮੱਥਾ ਪਾੜ ਜਾਂਦਾ। ਏਦਾਂ ਨਹੀਂ ਹੁੰਦਾ। ਉਹ ਜਾ ਰਹੇ ਨੇ, ਅੱਗੋਂ ਕੋਈ ਆ ਰਿਹਾ ਹੈ, ਇਹ ਮੈਨੂੰ ਨਾ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਏਗਾ, ਹੱਥ ਵੀ ਜੋੜੇਗਾ। ਉਹਨੇ ਬੁਲਾ ਦਿੱਤੇ ਤੇ ਕੋਈ ਖੁਸ਼ੀ ਨਹੀਂ, ਕਿਉਂਕਿ ਪਹਿਲਾਂ ਹੀ ਪ੍ਰਪੇਅਰ, ਸਰਪ੍ਰਾਈਜ਼ ਥੋੜਾ। ਨਾ ਬੁਲਾਇਆ ਤੇ ਜਿਹੜੇ ਅੰਦਰ ਫੁੱਲ ਖਿੜੇ ਸਨ ਸਾਰੇ ਭੁੱਲ ਗਏ। ਇਹ ਝੂਠਾ ਹੋਇਆ। ਕਿਤੇ ਕਿਸੇ ਨੇ ਕੋਈ ਬਚਨ ਕਹਿ ਦਿੱਤਾ, ਉਹਦੇ ਨਾਲ ਹਾਰਟ ਹੋ ਗਏ, ਇਹਨੇ ਮੈਨੂੰ ਰਿਸਪੈਕਟ ਨਹੀਂ ਦਿੱਤੀ, ਹਾਰਟ ਹੋ ਗਏ। ਇਹਦਾ ਫਿਰ ਉਹ ਜਿਹੜਾ ਸੰਗਤ ਤੋਂ ਟੁੱਟਾ ਹੋਇਆ ਬੰਦਾ ਹੈ, ਈਗੋ ਵੱਧ ਜਾਂਦੀ ਹੈ। ਉਹ ਪ੍ਰਪੇਅਰ ਕਰ ਲੈਂਦਾ ਆਪਣੇ ਆਪ ਨੂੰ ਵੀ ਮੈਂ ਖਾਸ ਹਾਂ, ਦੂਜੇ ਕੀੜੇ ਮਕੌੜੇ ਨੇ। ਉਹ ਜਦੋਂ ਉਮੀਦ ਤੇ ਲੋਕ ਖਰੇ ਨਹੀਂ ਉਤਰਦੇ, ਉਹ ਫਿਰ ਹਰ ਮੋੜ ਤੇ ਹਾਰਟ ਹੁੰਦਾ। ਇਹੀ ਚੋਟਾ ਵਾ, ਸੂਖਸ਼ਮ ਚੋਟਾ। ਇਹ ਸਥੂਲ ਚੋਟਾ ਨਹੀਂ, ਬਹਿਰੂਨੀ ਨਹੀਂ, ਇਹ ਅੰਦਰੂਨੀ ਚੋਟਾ ਨਹੀਂ।
ਔਰ ਇਹ ਵੱਜਦੀਆਂ ਨੇ, ਕਦੀ ਕਦੀ ਤੇ ਸੰਗਤ ਵਿੱਚ ਆਉਣ ਵਾਲਿਆਂ ਨੂੰ ਵੀ ਵੱਜਦੀਆਂ ਜੇ ਅਜੇ ਬਾਤ ਨਹੀਂ ਆਟ ਹੋ ਜਾਂਦੇ ਛੋਟੀ ਜਿਹੀ ਗੱਲ ਤੇ। ਹੁਣ ਤੁਸੀਂ ਕਥਾ ਕਰਕੇ ਉੱਠੇ ਹੋ, ਠੀਕ ਹੈ, ਕੋਈ ਕਹਿ ਸਕਦਾ ਵੀ ਤੁਸੀਂ ਬਹੁਤ ਸੋਹਣਾ ਬੋਲਦੇ ਹੋ, ਪਰ ਕੋਈ ਇਹ ਵੀ ਤਾਂ ਕਹਿ ਸਕਦਾ ਵੀ ਕਥਾ ਤੁਸੀਂ ਕੀਤੀ ਹੈ ਜੀ, ਆਦੀ ਦਾਸ ਨੇ ਕੀਤੀ, ਕੀ ਕਥਾ ਕੀਤੀ ਹੈ ਮਹਾਰਾਜ, ਸਵਾਹ ਡਾ ਕੇ ਰੱਖ ਦਿੱਤੀ ਹੈ। ਇਦਾਂ ਵੀ ਤੇ ਆਪਣੇ ਆਪ ਨੂੰ ਪ੍ਰਪੇਅਰ ਕਰਕੇ ਰੱਖਦਾ ਵੀ ਕੋਈ ਇਦਾਂ ਦਾ ਵੀ ਮਿਲ ਸਕਦਾ ਹੈ, ਮੈਂ ਤਾਂ ਵੀ ਹਾਰਟ ਨਹੀਂ ਹੋਣਾ। ਕੋਈ ਤਾਰੀਫ ਕਰ ਜਾਏ ਤੇ ਫੁੱਲਣਾ ਨਹੀਂ, ਕੋਈ ਆਲੋਚਨਾ ਕਰ ਜਾਏ ਤੇ ਮੈਂ ਨੈਣ ਪ੍ਰੈਣ ਹੀ ਛੱਡ ਜਾ, ਇਹ ਵੀ ਨਹੀਂ ਹੋਣਾ ਚਾਹੀਦਾ। ਅੰਦਰ ਕੈਪੈਸਿਟੀ ਹੋਣੀ ਚਾਹੀਦੀ ਆਪਣੀ ਆਲੋਚਨਾ ਸੁਣਨ ਦੀ। ਵੱਡ ਭਾਗੀ ਹਰ ਸੰਗਤ ਪਾਵੇਂ, ਭਾਗਹੀਨ ਭ੍ਰਮ ਚੋਟਾਂ ਖਾਵੇਂ, ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੋ ਨਿਰਮਲ ਹਰ ਗੁਣ ਗਾਵੇ, ਭਰੀਐ ਹੱਥ ਪੈਰ ਤਨ ਦੇ, ਮਿੱਟੀ ਘੱਟੇ ਨਾਲ ਹੱਥ ਪੈਰ ਤਨ ਦੇ ਲਿਬੜ ਜਾਏ, ਪਾਣੀ ਧੋਤਾ ਉਤਰਸ ਕੇ। ਘੱਟਾ ਮਿੱਟੀ ਲੱਗਾ ਹੈ, ਤੁਸੀਂ ਵਾਸ਼ਰੂਮ ਚ ਵੜੇ ਹੋ, ਫੁਹਾਰਾ ਛੱਡਿਆ, ਥੱਲੇ ਖੜੇ ਹੋ ਜਾਓ, ਸਾਰਾ ਝੜ ਜਾਏਗਾ। ਪਰ ਹੁਣ ਛੋਟਾ ਬੱਚਾ ਹੈ, ਉਹਨੇ ਹਾਜਤ ਬਸਤਰਾਂ ਚ ਕਰ ਦਿੱਤੀ ਹੈ, ਤੇ ਹੁਣ ਉਹਨੇ ਪੇਸ਼ਾਬ ਕਰ ਦਿੱਤਾ ਹੈ, ਉਹਨੇ ਡਸਟ ਡਿਸਚਾਰਜ ਕਰ ਦਿੱਤੀ, ਹੁਣ ਕੱਲੇ ਪਾਣੀ ਨਾਲ ਗੱਲ ਨਹੀਂ ਬਣੀ, ਹੁਣ ਨਾਲ ਸਾਬੂਨ ਵੀ ਚਾਹੀਦਾ। ਮੂਤ ਪਲੀਤੀ ਕੱਪੜ ਹੋਏ, ਪਲੀਤ ਸ਼ਬਦ ਜਿਹੜਾ ਹੈ ਬਹੁਤ ਜ਼ਿਆਦਾ ਗੰਦੇ ਹੁੰਦੇ, ਬਸ ਕਰ ਫਲਾਣਾ ਬੰਦਾ ਬੜਾ ਪਲੀਤ ਹੈ, ਇਦਾਂ ਵੀ ਕਹੇ। ਮੂਤ ਪਲੀਤੀ ਕੱਪੜ ਹੋਏ, ਹੁਣ ਕੱਲਾ ਪਾਣੀ ਨਹੀਂ, ਪਲਸ ਦੇ ਸਾਬੂਨ ਲਈਏ ਉਹ ਧੋਏ। ਹਜ਼ੂਰ ਦੋ ਉਦਾਹਰਨਾਂ ਦੇ ਕੇ ਕਹਿੰਦੇ ਨੇ, ਭਰੀਏ ਮੱਤ ਪਾਪਾਂ ਕੈਸਾ। ਕੋਈ ਨਹੀਂ ਮੱਤ ਨੂੰ ਪਾਪਾਂ ਨਾਲ ਭਰਨਾ ਚਾਹੁੰਦਾ, ਪਰ ਜਿਵੇਂ ਕੱਪੜਾ ਮੈਲਾ ਹੋ ਜਾਂਦਾ ਬਾਹਰਲੀ ਡਸਟ ਤੇ ਅੰਦਰਲੇ ਪਸੀਨੇ ਨਾਲ, ਇਸ ਤਰ੍ਹਾਂ ਮੱਤ ਵੀ ਮਲੀਨ ਹੋ ਜਾਂਦੀ ਹੈ ਅੰਦਰਲੇ ਕੁਝ ਫੁਰਨਿਆਂ ਨਾਲ ਤੇ ਕੁਝ ਬਾਹਰਲੇ ਵਾਤਾਵਰਨ ਦਾ। ਬਾਹਰਲਾ ਵਾਤਾਵਰਨ ਦਾ ਸਾਡੇ ਤੇ ਅਸਰ ਹੁੰਦਾ ਹੈ ਨਾ, ਬਾਰਿਸ਼ ਹੋ ਰਹੀ ਹੈ, ਤੁਸੀਂ ਛਤਰੀ ਲੈ ਕੇ ਨਿਕਲੋ, ਸਿਰ ਵੱਜ ਜਾਏਗਾ, ਮੋਢੇ ਵੱਜ ਜਾਣਗੇ, ਗੋਡੇ ਥੋੜਾ ਬਚਣਗੇ, ਪੈਰ ਤੇ ਭਿੱਜਣਗੇ ਨਾ। ਜਿਸ ਤਰ੍ਹਾਂ ਦੇ ਤੁਸੀਂ ਵਾਤਾਵਰਨ ਚ ਹੁੰਦੇ ਹੋ, ਉਹਦਾ ਬਹੁਤਾ ਨਹੀਂ ਤੇ ਥੋੜਾ ਅਸਰ ਸਾਡੇ ਤੇ ਹੁੰਦਾ ਹੈ। ਨਹੀਂ ਬਚ ਸਕਦੇ, ਕਿਸੇ ਹੱਦ ਤੱਕ ਬਚ ਸਕਦੇ, 100% ਨਹੀਂ ਬਚ ਸਕਦੇ। ਜਿਸ ਤਰ੍ਹਾਂ ਦੇ ਵੀ ਐਟਮੋਸਫੀਅਰ ਚ ਅਸੀਂ ਰਹਿੰਦੇ ਹਾਂ, ਜੇ ਚੰਗਾ ਹੈ ਤੇ ਉਹਦਾ ਸਾਨੂੰ ਲਾਭ ਵੀ ਮਿਲਦਾ ਹੈ, ਜੇ ਨਹੀਂ ਚੰਗਾ ਉਹਦੀ ਕੀਮਤ ਵੀ ਚੁਕਾਣੀ ਪੈਂਦੀ। ਹੁਣ ਹੱਥ ਪੈਰ ਤਨ ਦੇ ਲਿਬੜ ਗਏ ਨੇ, ਪਾਣੀ ਇਹਨਾਂ ਨੂੰ ਧੋ ਦੇਗਾ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਇਹ ਧੋਏ। ਮੱਤ ਦੇ ਉੱਤੇ ਮੈਲ ਲੱਗ ਗਈ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਭਰੀਏ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਰੰਗ ਮੀਨਸ ਕਲਰ ਨਹੀਂ, ਗੁਰਬਾਣੀ ਚ ਬਹੁਤ ਘੱਟ ਥਾਵਾਂ ਤੇ ਕਲਰ ਦੇ ਅਰਥਾਂ ਵਿੱਚ ਰੰਗ ਹੈ। 90% ਜਿਹੜਾ ਰੰਗ ਹੈ, ਰਾਰੇ ਟਿੱਪੀ ਗੱਗਾ, ਉਹ ਪਿਆਰ ਦੀ ਸੈਂਸ ਵਿੱਚ ਹੈ। ਰੰਗ ਪਿਆਰ ਨੂੰ ਹੁੰਦੇ ਭਾਈ, ਇਹ ਅੰਦਰਲੀ ਅੰਤਸ਼ਕਰਨ ਨੂੰ ਨਾਮ ਦੇ ਫੁਹਾਰੇ ਨਾਲ ਧੋਤਾ ਜਾ ਸਕਦਾ। ਸੋ ਨਿਰਮਲ ਕੇ ਨਿਰਮਲ ਹਰ ਗੁਣ ਗਾਵੇ। ਵਾਹਿਗੁਰੂ ਦੇ ਨਿਰਮਲ ਗੁਣ ਗਾਉਂਦਾ ਹੈ, ਕਿਉਂਕਿ ਵਾਹਿਗੁਰੂ ਆਪ ਵੀ ਨਿਰਮਲ ਹੈ, ਵਾਹਿਗੁਰੂ ਦੇ ਗੁਣ ਵੀ ਨਿਰਮਲ ਨੇ। ਜਿਹੜਾ ਵਾਹਿਗੁਰੂ ਦੇ ਨਿਰਮਲ ਗੁਣ ਗਾਉਂਦਾ ਹੈ ਯਾਰੇ, ਉਹ ਵੀ ਨਿਰਮਲ ਹੋ ਜਾਂਦਾ। ਸੋ ਨਿਰਮਲ ਹਰ ਗੁਣ ਗਾਵੇ, ਸੋ ਭਾਈ ਮੇਰੇ ਮਨ ਭਾਵੇ। ਉਹ ਮੈਨੂੰ ਬੜਾ ਚੰਗਾ ਲੱਗਦਾ। ਕੌਣ? ਜਿਹੜਾ ਵਾਹਿਗੁਰੂ ਦੇ ਨਿਰਮਲ ਗੁਣ ਗਾਉਂਦਾ, ਮੈਨੂੰ ਉਹ ਚੰਗਾ ਲੱਗਦਾ। ਮੇਰਾ ਉਹਦੇ ਤੋਂ ਕੁਰਬਾਨ ਜਾਣ ਤੇ ਦਿਲ ਕਰਦਾ, ਮੇਰਾ ਉਹਦੇ ਤੋਂ ਸਦਕੇ ਜਾਣ ਤੇ ਦਿਲ ਕਰਦਾ। ਰੱਬ ਨੂੰ ਹੀ ਉਹੀ ਚੰਗਾ ਲੱਗਦਾ ਜਿਹੜਾ ਨਾਮ ਜਪੇ, ਜਿਹਨੂੰ ਉਹਦੀ ਰਜ਼ਾ ਚੰਗੀ ਲੱਗੇ। ਖਸਮੈ, ਭਾਈ ਗੁਰਦਾਸ ਜੀ, ਖਸਮੈ ਸੋਈ ਭਾਵ ਦਾ, ਖਸਮੈ ਦਾ ਜਿਸ ਭਾਣਾ ਭਾਵੈ, ਦੁਨੀਆ ਵਿੱਚ ਪਰਾਹੁਣਾ ਦਾਵਾ ਛੱਡ ਰਹਿ ਲਾ ਦਾਵੇ। ਦਾਵੇ ਨਾ ਕਰੇ। ਕਿਉਂ ਨਾ ਕਰੇ ਜੀ? ਕਬੀਰ ਦਾਵੇ ਦਾਛਨ ਹੋਤ ਹੈ, ਨਿਰਦਾਵੇ ਰਹਿ ਨਿਸ਼ੰਕ। ਜੋ ਜਨ ਨਿਰਦਾਵੇ ਰਹੇ, ਸੋ ਗਣੈ ਇੰਦਰ ਸੋ ਰੰਗ। ਹੁਣ ਵੇਖੋ, ਬਾਬਾ ਸ੍ਰੀ ਚੰਦ ਬੜੇ ਸਤਿਕਾਰਯੋਗ, ਉਹਨਾਂ ਦਾ ਦਾਵਾ ਹੈ ਜੀ ਗੁਰਤਾ ਗੱਦੀ ਮੇਰੀ ਹੈ। ਲక్ష్ਮੀ ਚੰਦ ਜੀ ਤੋਂ ਤੂੰ ਪਹਿਲੇ ਚਲੇ ਗਏ,
ਔਰ ਬਾਬਾ ਲਖਮੀ ਚੰਦ ਜੀ ਦੇ ਪੁੱਤਰ ਧਰਮਚੰਦ ਉਹ ਕਹਿੰਦੇ ਜੀ ਮੈਂ ਪੋਤਰਾ ਵਾਂ, ਗੱਦੀ ਮੈਨੂੰ ਮਿਲਣੀ ਚਾਹੀਦੀ, ਦਾਵਾ ਕੀਤਾ। ਨਹੀਂ, ਦਾਤੂ ਤੇ ਦਾਸੂ ਨੇ ਦਾਵਾ ਕੀਤਾ, ਗੱਦੀ ਭਾਈ ਲਹਿਣਾ ਜੀ ਨੂੰ ਮਿਲ ਗਈ। ਖਿਮਾ ਕਰਨਾ, ਬਾਬੇ ਸ੍ਰੀ ਚੰਦ ਨੇ ਦਾਵਾ ਕੀਤਾ, ਭਾਈ ਲਹਿਣੇ ਨੂੰ ਮਿਲ ਗਈ। ਤੇ ਦਾਤੂ ਦਾਸੂ ਨੇ ਦਾਵਾ ਕੀਤਾ ਤੇ ਗੱਦੀ ਗੁਰੂ ਅਮਰਦਾਸ ਨੂੰ ਮਿਲ ਗਈ। ਮੋਹਨ ਮੋਹਰੀ ਨੇ ਦਾਵਾ ਕੀਤਾ ਤੇ ਗੱਦੀ ਗੁਰੂ ਰਾਮਦਾਸ ਨੂੰ ਮਿਲ ਗਈ। ਤੇ ਪ੍ਰਿਥੀ ਚੰਦ ਨੇ ਦਾਵਾ ਕੀਤਾ ਤੇ ਗੱਦੀ ਗੁਰੂ ਅਰਜਨ ਸਾਹਿਬ ਨੂੰ ਮਿਲ ਗਈ। ਪ੍ਰਿਥੀ ਚੰਦ ਨੇ ਤੇ ਬਾਕਾਇਦਾ FIR ਵੀ ਲਾਂਚ ਕਰਾਈ ਸੀ। ਇਹ ਵੀ ਮੈਂ ਅਰਜ਼ ਕਰਦੇ ਬਈ ਤੁਸੀਂ ਦਖਲ ਦੇ ਕੇ ਗੁਰਤਾ ਗੱਦੀ ਮੈਨੂੰ ਦਿਵਾਓ, ਮੈਂ ਵੱਡਾ ਪੁੱਤਰ ਆ, ਮੇਰਾ ਹੱਕ। ਹਾਲਾਂਕਿ ਜਿਹੜਾ ਗੁਰੂ ਕਾ ਬਾਜ਼ਾਰ ਹੈ, ਇਹ ਸਾਰੀਆਂ ਦੁਕਾਨਾਂ ਮਹਾਰਾਜ ਨੇ ਪ੍ਰਿਥੀ ਚੰਦ ਨੂੰ ਦੇ ਦਿੱਤੀਆਂ ਸਨ ਵੀ ਵੱਡੇ ਭਾਈ ਇਹਨਾਂ ਦਾ ਰੈਂਟ ਤੁਸੀਂ ਲਿਆ ਕਰੋ, ਫਿਰ ਵੀ ਕੋਈ ਜ਼ਰੂਰਤ ਹੋਵੇ ਤੇ ਦੱਸਿਆ ਕਰੋ। ਪਿਤਾ ਜੀ ਨੇ ਮੇਰੀ ਸੇਵਾ ਲਾਈ ਹੈ, ਮੈਂ ਨਿਭਾ ਰਿਹਾ ਹਾਂ, ਮੈਨੂੰ ਕੋਈ ਸ਼ੌਂਕ ਨਹੀਂ, ਪਰ ਹੁਣ ਪਿਤਾ ਜੀ ਦਾ ਹੁਕਮ ਹੈ, ਇਹ ਵਾਗਡੋਰ ਗੁਰਤਾ ਗੱਦੀ ਦੀ ਸੰਭਾਲਣੀ ਹੈ, ਲਿਹਾਜ਼ਾ ਮੈਂ ਸੰਭਾਲ ਰਿਹਾ। ਤੁਹਾਡੀਆਂ ਲੋੜਾਂ ਪੂਰੀਆਂ ਹੋਣਗੀਆਂ, ਤੁਹਾਡਾ ਸਤਿਕਾਰ ਮੇਰੇ ਨਾਲੋਂ ਵੀ ਜ਼ਿਆਦਾ ਹੋਵੇਗਾ। ਉਹਨੇ ਦਾਵਾ ਕੀਤਾ ਤੇ ਦਾਵਾ ਕਰਨ ਵਾਲੇ ਉਹ ਰੰਕ ਬਣ ਜਾਂਦੇ ਨੇ, ਨਾ ਕਰਨ ਵਾਲੇ ਇੰਦਰ ਬਣ ਜਾਂਦੇ। ਇੰਦਰ ਦੇ ਅਖਰੀ ਅਰਥ ਨੇ ਰਾਜਾ। ਸੋ ਨਿਰਮਲ ਹਰ ਗੁਣ ਗਾਵੇ, ਸੋ ਭਾਈ ਮੇਰੇ ਮਨ ਭਾਵੇ। ਮੈਨੂੰ ਉਹ ਚੰਗਾ ਲੱਗਦਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪ, ਜਿਹੜਾ ਨਾਮ ਜਪ। ਫਿਰ ਅੱਗੇ ਜਾ ਕੇ ਕਹਿੰਦੇ ਨੇ, ਜੇ ਕਟ ਰਾਮ ਰਹਾ ਭਰਪੂਰ, ਜਿਸ ਹਿਰਦੇ ਵਿੱਚ ਪੂਰੀ ਤਰ੍ਹਾਂ ਵਾਹਿਗੁਰੂ ਦਾ ਨਾਮ ਭਰਿਆ ਹੈ ਨਾ, ਤਿੰਨ ਕੀ ਪੱਗ ਉਹਨਾਂ ਦੇ ਚਰਨਾਂ ਦੀ, ਕੀ ਮੈਨੇ ਦੀ, ਉਹਨਾਂ ਦੇ ਚਰਨਾਂ ਦੀ, ਤਿੰਨ ਕੀ ਪੱਗ ਪੰਕਜ ਕੌਮਾ ਹਮ ਧੂਰ। ਜਿਨ੍ਹਾਂ ਦੇ ਹਿਰਦੇ ਵਿੱਚ ਹੋਰ ਫੁਰਨੇ ਨਹੀਂ, ਵਾਹਿਗੁਰੂ ਲਵਾ ਲਭ ਹੈ। ਮੇਰਾ ਚਿੱਤ ਕਰਦਾ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਬਣ। ਇੱਕ ਛੋਟਾ ਜਿਹਾ ਬਚਨ ਭਾਈ ਗੁਰਦਾਸ ਜੀ ਦਾ ਸਾਂਝਾ ਕਰੀਏ ਤੇ ਸਮਾਪਤੀ ਕਰੀਏ। ਭਾਈ ਸਾਹਿਬ ਕਹਿੰਦੇ ਨੇ, ਨਖ ਸਿਸਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਨ ਕੇ ਚਰਨ ਪਰ ਵਾਰੀਏ। ਮੇਰਾ ਦਿਲ ਕਰਦਾ ਹੈ ਬਈ ਮੈਂ ਆਪਣੇ ਸਰੀਰ ਨੂੰ ਪੈਰ ਦੇ ਅੰਗੂਠੇ ਦੇ ਨਹੁੰ ਤੋਂ ਲੈ ਕੇ ਤੇ ਸਿਰ ਦੀ ਚੋਟੀ ਤੱਕ ਨਾ ਸਾਰੇ ਸਰੀਰ ਨੂੰ ਬੇਰ ਬੇਰ ਕਰਦਿਆਂ ਕੱਟ ਕੇ ਲੱਕੜ ਦੀ ਮੁੱਢੀ ਰੱਖ ਕੇ ਟੋਕਾ ਲੈ ਲਾ, ਇਹਨੂੰ ਟੁੱਕ ਕੇ ਨਿੱਕੇ ਨਿੱਕੇ ਡੱਕਰੇ, ਨਿੱਕੇ ਨਿੱਕੇ ਟੁਕੜੇ, ਨਿੱਕੇ ਨਿੱਕੇ ਖੰਡ ਬਣਾ। ਫਿਰ ਕੀ ਕਰਾਂ? ਪੀਸਨ ਪਿਸਾਏ, ਚੱਕੀ ਲੈ ਕੇ ਇਹਨਾਂ ਟੁਕੜਿਆਂ ਨੂੰ ਪੀਹ ਦਿਆਂ, ਇਹਨਾਂ ਦਾ ਪਾਊਡਰ ਬਣਾ ਦਿਆਂ। ਪੀਸਨ ਪਿਸਾਏ ਨਖ ਸਿਸਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਨ ਕੇ ਚਰਨ ਪਰ ਵਾਰੀਏ। ਕਿੰਨੀ ਨਿਮਰਤਾ। ਭਾਈ ਜੀ ਨੂੰ ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕੀਤਾ ਸੀ, ਭਾਈ ਗੁਰਦਾਸ ਜੀ ਤੁਸੀਂ ਆਪਣੀਆਂ ਵਾਰਾਂ ਵੀ ਗੁਰੂ ਗ੍ਰੰਥ ਸਾਹਿਬ ਹੱਥ ਜੋੜ ਕੇ ਆਖਿਆ, ਮਹਾਰਾਜ ਮੇਰੀ ਸਮਰੱਥਾ ਇਹ ਨਹੀਂ ਕਿੱਥੋਂ ਮੇਰੀ ਰਚਨਾ ਤੁਹਾਡੀ ਰਚਨਾ ਦੀ ਬਰਾਬਰੀ ਕਰ ਸਕੇ। ਬੜਾ ਪ੍ਰੇਰਿਆ, ਨਹੀਂ ਮੰਨੇ। ਫਿਰ ਹਜ਼ੂਰ ਨੇ ਆਖਿਆ, ਜਾ ਤੇਰੀ ਰਚਨਾ ਵੀ ਸਿੱਖ ਬੜੇ ਪਿਆਰ ਨਾਲ, ਔਰ ਤੇਰੀ ਰਚਨਾ ਗੁਰਬਾਣੀ ਦੀ ਕੁੰਜੀ ਬਣ ਗਈ। ਹੁਣ ਕੁੰਜੀ ਕੀ ਹੈ? ਇੱਕ ਦਿਨ ਕੁੰਜੀ ਨੂੰ ਹਥੌੜਾ ਕਹਿਣ ਲੱਗਾ ਵੀ ਕੁੰਜੀ ਮੈਂ ਤੇ ਬੜਾ ਵੱਡਾ ਵਾਂ, ਭਾਰਾ ਵਾਂ, ਵਜਨੀ ਵੀ ਆ, ਤਾਕਤਵਰ ਆ, ਮੈਂ ਤੇ ਠਾ ਠਾ ਕਰਕੇ ਥੋੜੇ ਤੇ ਵੱਜਣਾ, ਜੰਦਰੇ ਤੇ ਤਾਲੇ ਤੇ ਵੱਜਣਾ, ਟੁੱਟਦਾ ਤਾਂ ਵੀ ਨਹੀਂ, ਤੇ ਤੂੰ ਤੇ ਨਿੱਕੀ ਜਿਹੀ ਹੈ, ਤੂੰ ਇਹਨੂੰ ਖੋਲ ਦੇਣੀ ਹੈ। ਉਹ ਕਹਿਣ ਲੱਗੀ ਤੂੰ ਬਾਹਰੋਂ ਚੋਟਾਂ ਕਰਨਾ ਨਾ, ਮੈਂ ਇਹਦੇ ਅੰਦਰ ਦਿਲ ਦੇ ਵਿੱਚ ਵੜ ਕੇ ਦੀ ਕੁੰਡੀ ਬਰੋਕ ਦੇਣੀ, ਇਹ ਖੁੱਲ ਜਾਂਦਾ। ਤੂੰ ਬਾਹਰੋਂ ਚੋਟਾਂ ਕਰਨਾ, ਮੈਂ ਬਾਹਰੋਂ ਚੋਟਾਂ ਨਹੀਂ ਕਰਦੀ, ਮੈਨੂੰ ਇਹਦੀ ਅੰਦਰਲੀ ਰਮਜ ਦਾ ਪਤਾ, ਮੈਂ ਉੱਥੇ ਵੜ ਕੇ ਕਲਾ ਘੁਮਾ ਦੇਣੀ ਆ, ਇਹ ਕੜਕ ਕਰਕੇ ਖੁੱਲ ਜਾਂਦਾ। ਕੁੰਜੀ ਬੜੇ ਮਾਇਨੇ ਰੱਖਦੀ। ਭਾਈ ਜੀ ਤੁਹਾਡੀ ਰਚਨਾ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ। ਉਹ ਕਹਿਣਗੇ ਨਹੀਂ ਜੀ ਇਹ ਕੁੰਜੀ ਨਹੀਂ, ਇਹ ਐਵੇਂ ਹੀ ਹੈ। ਕੁੰਜੀ ਤੇ ਮਹਾਰਾਜ ਨੇ ਬਾਣੀ ਚ ਲਿਖਿਆ, ਮੈਂ ਜੀ ਕਿੱਥੇ ਲਿਖਿਆ? ਸੰਤਨ ਹੱਥ ਰਾਖੀ ਕੁੰਜੀ। ਉਹ ਮੈਂ ਕਿਹਾ ਪੜਿਓ, ਉਹ ਹੋਰ ਕੁੰਜੀ ਦੀ ਗੱਲ ਹੈ। ਬਾਣੀ ਦੀ ਵਿਆਖਿਆ ਰੂਪ ਕੁੰਜੀ ਦੀ ਗੱਲ ਉੱਥੇ ਨਹੀਂ ਹੋ ਰਹੀ। ਉਹ ਭਾਈ ਗੁਰਦਾਸ ਦੀ ਰਚਨਾ ਹੈ। ਨਖ ਸਿਸਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਨ ਕੇ ਚਰਨ ਪਰ ਵਾਰੀਐ। ਪੀਸਨ ਪਿਸਾਏ ਪੁਨ ਅਗਨ ਜਲਾਏ। ਉਸ
ਪੀਪ ਜਿਹੜਾ ਬਣ ਗਿਆ ਉਹਨੂੰ ਅੱਗ 'ਚ ਸਾੜ ਕੇ ਬਿਲਕੁਲ ਬਰੀਕ ਜਿਹਾ ਡਸਟ ਬਣਾ ਲਾ, ਤੇ ਫਿਰ ਹਵਾ ਨੂੰ ਕਹਾਂ ਵੀ ਇਹ ਹਵਾ ਇਹਨੂੰ ਉਡਾ, ਤੇ ਹਵਾ ਕਵੇ ਜੀ ਉਡਾ ਕੇ ਕੀ ਕਰਾਂ, ਤੇ ਮੈਂ ਕਹਾਂਗਾ ਇਹ ਹਵਾ ਜਿਨ੍ਹਾਂ ਰਸਤਿਆਂ ਤੋਂ ਗੁਰੂ ਕੇ ਸਿੱਖ ਆਉਂਦੇ ਨੇ ਨਾ ਉਹਨਾਂ ਰਸਤਿਆਂ ਤੇ ਇਹਨੂੰ ਵਿਛਾ ਦੇ, ਤਾਂ ਕਿ ਮੇਰੇ ਉੱਤੋਂ ਵੀ ਗੁਰੂ ਕੇ ਸਿੱਖ ਲੰਘਣ ਤੇ ਮੇਰਾ ਵੀ ਕਲਿਆਣ। ਪੀਸਨ ਪਿਸਾਏ ਪੁਨ ਅਗਨ ਜਲਾਏ, ਤਾਏ ਲੈ ਉਡੈ ਪਵਨ ਹੋਏ ਅਨਕ ਪ੍ਰਕਾਰੀਐ, ਜਤ ਕਤ ਸਿੱਖ ਪਗ ਧਰੈ ਗੁਰ ਪੰਥ ਪ੍ਰਾ। ਗੁਰ ਪੰਥ ਗੁਰਦੁਆਰਾ, ਗੁਰੂਦੁਆਰੇ ਆਉਣ ਵਾਲੀਆਂ ਸੰਗਤਾਂ ਮੇਰੇ ਉੱਤੇ ਚਰਨ ਧਰ ਧਰ ਕੇ ਆਓ। ਜਤ ਕਤ ਸਿੱਖ ਪਗ ਧਰੈ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋਡਾਰੀਐ। ਮੇਰੀ ਸਵਾਹ ਉੱਤੇ ਵਿਛਾ ਦੇ, ਤੇ ਪਦ ਪਾਦਕ ਚਰਨ ਲਿਵ ਲਾਗੀ ਰਹੇ, ਦਇਆ ਕੈ ਦਿਆਲ ਮੋਏ ਪਤਤ ਉਧਾਰੀਐ। ਹੇ ਅਕਾਲ ਪੁਰਖ ਵਾਹਿਗੁਰੂ, ਜੇ ਕਿਤੇ ਇਹਨਾਂ ਗੁਰਸਿੱਖਾਂ ਦੇ ਮੇਰੀ ਸਵਾਹ ਦੇ ਉੱਤੇ ਚਰਨ ਪੈ ਜਾਣ ਤੇ ਸ਼ਾਇਦ ਮੇਰਾ ਪਤਤ ਨਾ ਵੀ ਉਧਾਰ ਹੋ ਜਾਏ। ਇੰਨੀ ਨਿਮਰਤਾ ਜਪਣ ਵਾਲਿਆਂ ਤੋਂ ਇਸ ਕਦਰ ਆਪਣੇ ਆਪ ਨੂੰ ਭਾਈ ਸਾਹਿਬ ਕੁਰਬਾਨ ਕਰਦੇ ਨੇ, ਬਲਿਹਾਰ ਜਾਂਦੇ ਨੇ, ਸਦਕੇ ਜਾਂਦੇ। ਜੇ ਕਟ ਰਾਮ ਰਹਾ ਭਰਪੂਰ, ਜਿਨ੍ਹਾਂ ਦੇ ਹਿਰਦਿਆਂ 'ਚ ਵਾਹਿਗੁਰੂ ਭਰਿਆ ਪਿਆ ਲਵਾ ਲਵ, ਤਿੰਨ ਕੀ ਪਗ ਪੰਕਜ ਹਮ ਧੂਰ, ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ। ਕਿਸ ਗੁਰ ਸਿੱਖ ਕੀ? ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਇਹ ਕਹਿੰਦੇ ਮਕੈਨੀਕਲ ਰੈਪੀਟੇਸ਼ਨ। ਭਾਈ ਜਿਹੜਾ ਸੰਗਤ ਨੂੰ ਆਖੇ, ਸਾਧ ਸੰਗਤ ਦੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਹ ਸੰਗਤ ਦਾ ਵੀ ਭਲਾ ਕਰਦਾ। ਜਦੋਂ ਫਤਿਹ ਬੁਲਾਈ ਦੀ ਨਾ ਫਤਿਹ, ਉਦੋਂ ਵੀ ਕਈ ਸੱਜਣ ਗੁਰੇਜ਼ ਕਰਦੇ, 2 ਵਾਰਾਂ ਰਸਨਾ ਤੋਂ ਵਾਹਿਗੁਰੂ ਬੋਲਿਆ, ਤੇ ਫਿਰ ਅਸੀਂ ਫਤਿਹ ਤੋਂ ਗੁਰੇਜ਼ ਕਿਉਂ ਕਰੀਏ? ਰੋਜ਼ ਤੇ 2 ਵਾਰਾਂ ਵੀ ਵਾਹਿਗੁਰੂ ਕਹਿ ਲਈਏ ਨਾ, ਤੇ ਗੁਰੂ ਨਾਨਕ ਜਮਾਂ ਦੇ ਬਸ ਨਹੀਂ ਕੇ ਪੈਣ ਦਿੰਦਾ। 2 ਵਾਰਾਂ ਹੀ ਨਹੀਂ ਕਹਿਣਾ, ਬਾਰ-ਬਾਰ ਮਿਸ਼ਨ ਸਮਾਰ, ਪਰ ਮੈਂ ਕਹਿੰਦਾ 2 ਵਾਰਾਂ ਵੀ ਕਹਿ ਲਿਆ ਨਾ, ਗਰੰਟੀ ਹੈ ਜਮਾਂ ਦੇ ਬਸ ਨਹੀਂ ਪੈਣ ਦੇਗਾ। ਇੱਥੋਂ ਤੱਕ ਇਤਿਹਾਸ 'ਚ ਜ਼ਿਕਰ ਆਉਂਦਾ, ਕਲਗੀਆਂ ਵਾਲੇ ਕਹਿਣ ਲੱਗੇ ਜਿਹੜਾ ਅੰਮ੍ਰਿਤ ਛਕ ਲੈ ਨਾ, ਅੰਮ੍ਰਿਤ ਛਕ ਕੇ ਪਤਤ ਹੋ ਜਾਏ, ਸਾਰੀ ਉਮਰ ਗੁਨਾਹਾਂ ਵਿੱਚ ਬੀਤ ਜਾਏ, ਮਰ ਜਾਏ, ਦਰਗਾਹ ਵਿੱਚ ਪਹੁੰਚ ਜਾਏ, ਮੈਂ ਸਜ਼ਾ ਨਹੀਂ ਦੇਣ ਦਿੰਦਾ, ਇੱਕ ਜਨਮ ਇੱਕ ਮੌਕਾ ਹੋਰ ਜ਼ਰੂਰ ਦੇਣਾ। ਵੀ ਇੱਕ ਵਾਰ ਗੁਰੂ ਕੇ ਜਾਗੇ ਚੜਿਆ ਸੀ, ਮੈਂ ਇੱਕ ਚਾਂਸ ਇਹਨੂੰ ਜ਼ਰੂਰ ਦੇਣਾ। ਇੰਨੀਆਂ ਬਰਕਤਾਂ ਨੇ। ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਛੱਡ ਕੇ ਇਸ ਤਰ੍ਹਾਂ ਕਰੀਏ, ਪਰ ਉਹ ਜੇ ਹੋ ਜਾਏ ਤੇ ਗੁਰੂ ਉੱਥੇ ਵੀ ਬੌੜੀ ਕਰਦਾ, ਇੱਕ ਚਾਂਸ ਫਿਰ ਦਿੰਦਾ, ਇੱਕ ਮੌਕਾ ਫਿਰ ਦਿੰਦਾ। ਨਹੀਂ ਬਈ ਇਹ ਕਿਤੇ ਬੈਠ ਗਿਆ, ਉਂਝੇ ਮਾੜਾ ਨਹੀਂ, ਇਹ ਚੰਗਾ। 2 ਵਾਰਾਂ ਵੀ ਵਾਹਿਗੁਰੂ ਆਖੀਏ ਤੇ ਵਿਅਰਥ ਨਹੀਂ ਜਾਂਦਾ। ਇਹਨੂੰ ਕੋਡ ਕਿੱਥੋਂ ਕਰ ਰਿਹਾ ਮੈਂ, ਤਾਂ ਕਿ ਤੁਹਾਡੀ ਤਸੱਲੀ ਹੋਵੇ। ਵੇਖੋ 2 ਚੌਪਈਆਂ ਨੇ ਕਲਗੀਆਂ ਵਾਲੇ, ਇੱਕ ਕਵਿਓ ਬਾਤ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਅੱਛਾ, ਤੇ ਇੱਕ ਚੌਪਈ ਜਿਹੜੀ ਹੈ ਨਾ, ਉਹ ਪਰਨੋ ਆਦ ਏਕੰਕਾਰ ਜਲ ਥਲ ਮਹੀਲ ਕੀਓ ਸਾਰਾ। ਇਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਏਕ ਚਿੱਤ। ਹੁਣ ਏਕ ਚਿੱਤ ਕੀ ਹੈ? ਸੂਰਜ ਦੀਆਂ ਕਿਰਨਾਂ ਆਉਂਦੀਆਂ ਨੇ, ਅੱਗ ਥੋੜਾ ਲੱਗਦੀ ਹੈ, ਹਾਈਲੀ ਇਨਫਲੇਮੇਬਲ ਪਦਾਰਥ ਨੇ, ਪੈਟਰੋਲ ਹੈ, ਫਿਊਲ ਹੈ, ਡੀਜ਼ਲ ਹੈ, ਕਾਗਜ਼ ਨੇ, ਕੱਖ ਅੱਗ ਨਹੀਂ ਲੱਗਦੀ। ਪਰ ਤੁਸੀਂ ਲੈਂਸ ਲੈ ਕੇ ਜਾਓ, ਕਿਰਨਾਂ ਇੱਕ ਕੇਂਦਰ ਬਿੰਦੂ ਤੇ 5 7 8 ਕਿਰਨਾਂ ਇਕੱਠੀਆਂ ਹੋਈਆਂ, ਅੱਗ ਲਾ ਗਈ। ਸੱਤਾ ਹੈ ਅੱਗ ਲਾਉਣ ਦੀ, ਪਰ ਯਾਤਰਾ ਕਰਕੇ ਤਿੱਤਰ ਬਿੱਤਰ ਹੋ ਗਈਆਂ। ਇਸ ਵਾਸਤੇ ਗੱਲ ਨਹੀਂ ਬਣ ਰਹੀ। ਅਸੀਂ ਏਕ ਚਿੱਤ ਹੋ ਜਾਈਏ। ਥੋੜਾ ਜਿਹਾ ਚਿੱਤ ਦੁਕਾਨ ਵਿੱਚ, ਥੋੜਾ ਜਿਹਾ ਮਕਾਨ ਵਿੱਚ, ਥੋੜਾ ਜਿਹਾ ਬੇਟੀ ਵਿੱਚ, ਥੋੜਾ ਜਿਹਾ ਬੇਟੇ ਵਿੱਚ, ਥੋੜਾ ਜਿਹਾ ਪਤਨੀ ਵਿੱਚ, ਮਾਫ ਕਰਨਾ ਥੋੜਾ ਜਿਹਾ ਪਤੀ ਵਿੱਚ, ਥੋੜਾ ਜਿਹਾ ਕਾਰੋਬਾਰ, ਥੋੜਾ ਜਿਹਾ ਚਿੱਤ ਲੈ ਕੇ ਇੱਥੇ ਆਵਾਂਗੇ, ਕ੍ਰਾਂਤੀ ਕਿਵੇਂ ਵਾਪਰੇਗੀ? ਕ੍ਰਾਂਤੀ ਤਾਂ ਹੀ ਨਹੀਂ ਵਾਪਰਦੀ, ਕ੍ਰਾਂਤੀ ਤੇ ਇੱਕ ਦਿਨ 'ਚ ਹੀ ਵਾਪਰ ਸਕਦੀ। ਅਸੀਂ ਉਹਨੂੰ 100% ਲੈ ਕੇ ਨਹੀਂ,
ਇਹ ਜਾਣ ਕੇ ਨਹੀਂ ਅਸੀਂ ਕਰਦੇ, ਇਹਦਾ ਸੁਭਾਅ ਹੈ ਨਿਮਕ ਮੈਂ ਚਾਰ ਕੁੰਟ ਫੇਰਾ ਏਕ ਚਿਤ ਜੇ ਇੱਕ ਛਿਨ ਧਿਆਇਓ। ਹਜ਼ੂਰ ਨੇ ਜ਼ਮਾਨਤ ਦਿੱਤੀ, ਕਾਲ ਫਾਂਸ ਕੇ ਬੀਜ ਨ ਆਇਓ। ਇੱਕ ਵਾਰਾਂ ਵੀ ਕਾਗਰ ਚ ਧੋ ਕੇ ਆਖ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ। ਹਜ਼ੂਰ ਕਹਿਣ ਲੱਗੇ ਤੈਨੂੰ ਆਵਾਗਾਉਣ ਦੇ ਚੱਕਰ ਚ ਨਹੀਂ ਪੈ। ਜੇ ਗਤ ਰਾਮ ਰਹਾ ਭਰਪੂਰ ਤਿਨ ਕੇ ਪਗ ਪੰਕਜ ਹਮ ਧੂਰ। ਜਾਤ ਜੁਲਾਹ ਲੁਕਾਉਂਦੇ ਨੇ, ਕਦੀ ਫਕਰ ਨਾਲ ਕਹਿੰਦੇ ਨੇ ਕਹੋ ਰਵਿਦਾਸ ਚਮਾਰ, ਕਦੀ ਕਹਿੰਦੇ ਨੇ ਜਾਤ ਜੁਲਾਹਾ, ਕਦੀ ਕਹਿੰਦੇ ਨੇ ਸੈਨ ਨਾਈ ਬੁਤਕਾਰੀਆ। ਸੋ ਜਾਤ ਜੁਲਾਹਾ ਮਤ ਕਾ ਧੀਰ। ਭਾਵੇਂ ਮੇਰੀ ਬਰਾਦਰੀ ਜੁਲਾਹਾ ਹੈ ਪਰ ਮੇਰੀ ਮੱਤ ਇੱਕ ਗਈ, ਮੈਂ ਚੰਚਲ ਨਹੀਂ ਹਾਂ, ਮੈਂ ਹੋਛਾ ਨਹੀਂ ਹਾਂ, ਲੁੜਚੂ ਨਹੀਂ ਕਰਦਾ, ਮੈਂ ਧੀਰਜ ਵਿੱਚ ਆ ਗਿਆ, ਮੇਰੇ ਠਰਮਾ ਆ ਗਿਆ। ਕੌਣ ਕਹਿ ਰਿਹਾ? ਕਬੀਰ ਸਾਹਿਬ ਆ ਰਹੇ। ਮਤ ਕਾ ਧੀਰ ਸਹਿਜ ਸਹਿਜ ਗੁਣ। ਹੁਣ ਇਹ ਜਿਹੜਾ ਸਹਿਜ ਹੈ ਨਾ ਸਾਧ ਸੰਗਤ ਕਥਾ ਦਾ ਮਤਲਬ ਹੀ ਇਹ ਹੁੰਦਾ ਹੈ ਵੀ ਉਹਨੂੰ ਐਕਸਪਲੇਨ ਕਰ। ਸਹਿਜ ਦੇ ਅਰਥ ਸਲੋਲੀ ਨਹੀਂ ਹੈ, ਆਮ ਤੌਰ ਤੇ ਇਹੀ ਭੁਲੇਖਾ ਪਵੇਗਾ। ਸਹਿਜ ਮੀਨਜ਼ ਆਤਮਕ ਅਡੋਲ। ਆਤਮਕ ਅਡੋਲਤਾ ਮੀਨ ਜਿਸ ਮਾਨਸਿਕ ਦਸ਼ਾ ਵਿੱਚ ਵੱਡੀ ਤੋਂ ਵੱਡੀ ਮੁਸੀਬਤ ਵੀ ਸਾਨੂੰ ਡੁਲਾ ਨਾ ਸਕੇ, ਉਹਨੂੰ ਆਤਮਕ ਅਡੋਲਤਾ। ਇਹਦੇ ਵਾਸਤੇ ਪ੍ਰਪੇਅਰ ਹੋਣਾ ਚਾਹੀਦਾ, ਹੋ ਜਾਂਦਾ। ਜੇ ਅਸੀਂ ਇਹ ਇਸ ਤਰ੍ਹਾਂ ਮਨ ਬਣਾ ਲਈਏ ਵੀ ਮੈਂ ਆਪਣੇ ਆਪ ਨੂੰ ਅੰਦਰੋਂ ਇੰਨਾ ਸਟਰੋਂਗ ਕਰਨਾ ਹੈ ਵੀ ਕੋਲ ਡੈਡ ਬੋਡੀ ਵੀ ਪਈ ਹੋਵੇ ਤੇ ਮੈਂ ਅੰਦਰੋਂ ਮੇਰਾ ਦਿਮਾਗੀ ਬਣ ਜਾਵੇ, ਉਹਦੇ ਲਈ ਕਰਨਾ ਕੀ? ਮੈਨੂੰ ਖਿਮਾ ਕਰਨਾ। ਵਾਹਿਗੁਰੂ ਸਾਰੇ ਘਰਾਂ ਸੁੱਖ ਵਰਤਾ। ਕਲਗੀਆਂ ਵਾਲੇ ਦੇ ਸਾਹਿਬਜ਼ਾਦੇ ਉਹਦੇ ਸਾਹਮਣੇ ਸ਼ਹੀਦ ਹੋਏ। ਗੁਰੂ ਹਰਗੋਬਿੰਦ ਸਾਹਿਬ ਦਾ ਬੇਟਾ ਛੋਟੀ ਉਮਰ ਵਿੱਚ ਬਾਬਾ ਟਾਲ ਜੀ 9-10 ਸਾਲ ਦੀ ਉਮਰ ਜਾਣਾ ਪਿਆ। ਕਿੰਨੇ ਚਾਂਸ ਸਾਡੇ ਆਲੇ ਦੁਆਲੇ ਰੋਜ਼ ਫਲਾਣੇ ਦਾ ਜੀ ਟੀਨੇਜਰ ਬੱਚਾ, ਫਲਾਣੇ ਦਾ ਜੀ ਏਦਾਂ ਪਰਿਵਾਰ ਦਾ ਮੈਂਬਰ। ਕਦੀ ਅਸੀਂ ਆਪਣੇ ਆਪ ਨੂੰ ਪ੍ਰਪੇਅਰ ਕਰ ਲਈਏ ਵੀ ਯਾਰ ਜਦੋਂ ਆਲੇ ਦੁਆਲੇ ਹੋ ਰਿਹਾ ਮੇਰੇ ਨਾਲ ਕਿਉਂ ਨਹੀਂ ਹੋ ਸਕਦਾ? ਪਰ ਉਸੀ ਕੇ ਜੋ ਹੁਆ ਉਹ ਆਪਣੇ ਪੀਆ। ਅਸੀਂ ਤੇ ਉਸ ਵੇਲੇ ਮੂੰਹ ਤੇ ਹੱਥ ਰੱਖ ਦਿਆਂਗੇ, ਨਾ ਸੁਖੀ ਸਾਂਦੀ ਏਦਾਂ ਨਾ ਕਹੋ। ਭਾਈ ਮੈਂ ਨਹੀਂ ਕਹਿੰਦਾ, ਪਰ ਕੀ ਮੇਰੇ ਨਾ ਕਹਿਣ ਵਾਲੇ ਕੰਮ ਟਲ ਜਾਏਗਾ? ਜੇ ਇਹ ਹੋਣਾ ਹੈ ਤੇ ਇਹ ਹੋਣਾ ਹੀ ਹੈ। ਤੂੰ ਪ੍ਰਪੇਅਰ ਕਰ ਮੁਸੀਬਤ ਆਉਣ ਤੋਂ ਪਹਿਲਾਂ ਆਪਣੇ ਆਪ ਨੂੰ ਵੀ ਕਿਤਨਾ ਵੀ ਵੱਡਾ ਪਹਾੜ ਕਿਉਂ ਨਾ ਟੁੱਟ ਪਵੇ, ਮੈਂ ਅੰਦਰੋਂ ਡੋਲਣਾ ਨਹੀਂ। ਇਹਨੂੰ ਆਤਮਕ ਡੋਲਤਾ। ਜਾਤ ਜੁਲਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਮੈ ਕਬੀਰ। ਹੁਣ ਆਤਮਕ ਅਡੋਲਤਾ ਵਿੱਚ ਟਿਕ ਕੇ ਮੈਂ ਪਰਮਾਤਮਾ ਵਿੱਚ ਰਮ ਗਿਆ ਵਾਂ ਔਰ ਮੇਰਾ ਚਿੱਤ ਕਰਦਾ ਜਿਹੜੇ ਜਪਦੇ ਨੇ ਉਹਨਾਂ ਤੋਂ ਮੈਂ ਸਦਕੇ ਜਾ। ਤੋ ਸਾਧ ਸੰਗਤ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਤੁਹਾਡੀ ਸੇਵਾ ਹਾਜ਼ਰੀ ਥਾਂ ਪਾਵੇ। ਮੈਂ ਸਮਝਣਾ ਬਈ ਇਹ ਬੜੀ ਵੱਡੀ ਗੱਲ ਹੈ। ਅੰਮ੍ਰਿਤ ਵੇਲਾ ਔਰ ਨੀਂਦਰ ਦਾ ਮੁਕਾਬਲਾ ਕਰਨਾ ਪਲੱਸ ਮੌਸਮ ਦਾ ਮੁਕਾਬਲਾ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਝੱਖੜ ਝਾਂਗੀ ਮੀਂਹ ਵਰਸੈ ਵੀ ਗੁਰ ਦੇਖਣ ਜਾਈ ਵਾਲੀਆਂ ਪੰਕਤੀਆਂ ਨੂੰ ਤੁਸੀਂ ਮੂਰਤੀਮਾਨ ਕੀਤਾ ਹੈ। ਸਤਿਗੁਰੂ ਤੁਹਾਡੀ ਸੇਵਾ ਥਾਂ ਪਵੇ। ਸੋ ਗੁਰਮਤਿ ਵਿਚਾਰਾਂ ਦਾ ਸਮਾਂ ਸਮਾਪਤ ਹੈ, ਲਿਹਾਜ਼ਾ ਮੈਂ ਇੱਥੇ ਵਿਚਾਰਾਂ ਨੂੰ ਵਿਰਾਮ ਦੇਣਾ। ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਹੁੰਚ ਗਏ ਨੇ।